ਤੁਸੀਂ ਸੁਣ ਰਹੇ ਹੋ ਰੇਡੀਓ ਲੋਹਗੜ੍ਹ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਲੜੀਵਾਰ ਕਿਤਾਬ ਪੜ੍ਹ ਰਹੇ ਹਾਂ ਸਾਫਟ ਟਾਰਗੇਟ, ਜਿਹੜੀ 1999 ਦੇ ਵਿੱਚ ਕੈਨੇਡਾ ਦੇ ਵਿੱਚ ਛਪੀ ਸੀ ਜੀ, ਅਤੇ ਉਦੋਂ ਹੀ ਇੰਡੀਆ ਦੇ ਵਿੱਚ ਉਹਨੂੰ ਬੈਨ ਕਰ ਦਿੱਤਾ ਗਿਆ ਸੀ ਕਿਤਾਬ ਨੂੰ, ਕਿਉਂਕਿ ਉਹ ਇੰਡੀਆ ਦੀਆਂ ਜਿਹੜੀਆਂ ਜਸੂਸੀ ਏਜੰਸੀਆਂ ਨੇ ਉਹਨਾਂ ਦੀ ਕਾਰਕਰਦਗੀ ਜਿਹੜੀ ਸਿੱਖਾਂ ਦੇ ਖਿਲਾਫ ਆ ਵੀ ਉਹਨੂੰ ਉਹ ਲੋਕਾਂ ਦੇ ਸਾਹਮਣੇ ਇਹ ਕਿਤਾਬ ਜਿਹੜੀ ਆ ਵੀ ਰੱਖਦੀ ਆ ਜੀ। ਸੋ ਇਸ ਕਰਕੇ ਵੀ ਸਰਕਾਰ ਨੇ ਪੈਂਦੀ ਸੱਟੇ ਵੀ ਉਹ ਕਿਤਾਬ ਜਿਹੜੀ ਆ ਵੀ ਬੈਨ ਕਰ ਦਿੱਤੀ, ਅਜੇ ਤੱਕ ਵੀ ਇੰਡੀਆ 'ਚ ਬੈਨ ਆ। ਅਤੇ ਉਹਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਜਗਜੀਤ ਚੌਹਾਨ ਦੀ, ਵੀ ਕਿਵੇਂ ਉਹ ਪੰਜਾਬ ਦੇ ਵਿੱਚ ਮਿਨਿਸਟਰ ਬਣਿਆ। ਪਹਿਲਾਂ ਕਮਿਊਨਿਸਟ ਪਾਰਟੀ ਦੇ ਵਿੱਚ ਸੀਗਾ, ਫਿਰ ਇੰਡੀਪੈਂਡੈਂਟ ਹੋ ਗਿਆ, ਅਕਾਲੀਆਂ ਦੇ ਵਿੱਚ ਆ ਗਿਆ, ਅਤੇ ਉਹ ਤੋਂ ਬਾਅਦ ਵੀ ਪਾਕਿਸਤਾਨ ਦੇ ਵਿੱਚ ਚਲ ਗਿਆ, ਉੱਧਰੋਂ ਫਿਰ ਇੰਗਲੈਂਡ ਚਲ ਗਿਆ, ਅਤੇ ਇਹੋ ਜਿਹੀ ਮਤਲਬ ਕਿ ਬੜੀ ਅਜੀਬੋ ਗਰੀਬ ਜਿਹੀ ਕਹਾਣੀ ਆ। ਅਤੇ ਉਹਨੂੰ ਹੀ ਆਪਾਂ ਅੱਗੇ ਹੁਣ ਜੇ ਕਨਕਲੂਡ ਕਰਨਾ ਹੋਵੇ ਅਤੇ ਉਹਦੇ ਬਾਰੇ ਲਿਖਦੇ ਨੇ ਜੀ ਵੀ ਇੱਕ ਤਾਂ ਇਹ ਵੀ ਉਹ ਜਗਜੀਤ ਚੌਹਾਨ ਕਹਿੰਦਾ ਸੀ ਵੀ ਮੇਰੇ ਪਿੱਛੇ ਉਹਨਾਂ ਨੇ ਵੀ ਇੰਡੀਅਨ ਸਰਕਾਰ ਨੇ ਜਸੂਸ ਲਾਏ ਹੋਏ ਆ, ਅਤੇ ਉਹ ਕਹਿੰਦਾ ਵੀ ਮੈਨੂੰ ਡਰ ਕੋਈ ਨਹੀਂ ਉਹਨਾਂ ਦਾ, ਪਰ ਮੈਂ ਇਹ ਕੋਸ਼ਿਸ਼ ਕਰਦਾ ਹੁੰਦਾ ਵੀ ਮੇਰੇ ਪਿੱਛੇ ਲੱਗ ਕੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਾ ਮਿਲੇ। ਠੀਕ ਹੈ ਜੀ। ਅਤੇ ਅੱਗੇ ਉਹ ਲਿਖਦੇ ਨੇ ਲਿਖਾਰੀ ਵੀ ਵਾਟ ਚੌਹਾਨ ਡਿਡ ਫੀਅਰ ਹਾਊ ਐਵਰ ਵਾਜ਼ ਇੰਡੀਆਜ਼ ਪਲਾਨ ਫॉर ਦ ਫਿਊਚਰ ਐਜ਼ ਦ ਸੈਪਰੇਟਿਸਟ ਮੂਵਮੈਂਟ ਗਰੂ ਇਨ ਦੀ ਵੈਸਟ, ਵੀ ਜਿਹੜੀ ਅਲੱਗ ਸਿੱਖ ਰਾਜ ਬਣਾਉਣੇ ਦੀ ਜਿਹੜੀ ਸੀਗੀ ਮੂਵਮੈਂਟ ਜੀ, ਉਹ ਜਿੱਦਾਂ ਜਿੱਦਾਂ ਵਧੀ ਆ, ਸੋ ਵੁੱਡ ਦਾ ਗੇਮ ਪਲਾਨ ਟੂ ਸਟਾਪ ਇਟ। ਸੋ ਉਸੇ ਤਰ੍ਹਾਂ ਹੀ ਉਹ ਕਹਿੰਦਾ ਵੀ ਜਿਹੜਾ ਇੰਡੀਆ ਦੀਆਂ ਏਜੰਸੀਆਂ ਦੀ ਖੇਡ ਸੀਗੀ ਵੀ ਇਹ ਸਾਰੇ ਨੂੰ ਰੋਕਣ ਦੀ, ਵੀ ਸਿੱਖਾਂ ਦਾ ਜਿਹੜਾ ਅਲੱਗ ਰਾਜ ਆ ਵੀ ਉਹ ਨਾ ਕਾਇਮ ਹੋਵੇ ਜਾਂ ਉਹ ਕਾਇਮ ਹੋਣ ਵਾਲੇ ਪਾਸੇ ਨੂੰ ਨਾ ਵਧੇ ਮੁਹਿੰਮ ਜੀ, ਵੀ ਉਹਨੂੰ ਰੋਕਣੇ ਦੀ ਖੇਡ ਜਿਹੜੀ ਆ ਵੀ ਉਹ ਵੀ ਉਸੇ ਸ਼ਿੱਦਤ ਦੇ ਨਾਲ ਹੀ ਵੀ ਅੱਗੇ ਵੱਧ ਰਹੀ ਸੀ ਜੀ। ਹੀ ਪੁਆਇੰਟਡ ਟੂ ਇੰਡੀਆਜ਼ ਅਟੈਂਪਟਸ ਟੂ ਥਵਾਟ ਦਾ ਮੂਵਮੈਂਟ ਇਨ ਪੰਜਾਬ ਐਂਡ ਗ੍ਰਿਮਲੀ ਫੋਰਕਾਸਟ ਟਰਬਲ ਫॉर the expatriate Sikh communities. He was convinced that Indian agents under the guise of refugees, immigrants and businessmen had already infiltrated the Sikh community in Canada to fulfill a scenario drawn up in New Delhi. ਸੋ ਮਤਲਬ ਉਹ ਇਹ ਕਹਿ ਰਿਹਾ ਸੀ ਜਿਹਦੇ ਨਾਲ ਉਹ ਮਤਲਬ ਗੱਲ ਇਹ ਆ ਵੀ ਸਿੱਖਾਂ ਦੇ ਵਿੱਚ ਆਪਸੀ ਜਿਹੜੇ ਸ਼ੱਕ ਸ਼ੁਬੇ ਆ ਵੀ ਉਹ ਪੈਦਾ ਕਰ ਰਿਹਾ ਸੀ ਜੀ। Chauhan emphasized the importance of his next words by drawing his fingers together. Indian agents, he said, were about to begin playing a larger role in the Khalistan movement within Canada. They would become participants instead of passive monitors. They were setting out to create chaos within the Khalistan movement. They would undermine its efforts to raise money, and there was no saying where they would stop. ਜੀ। ਸੋ ਮਤਲਬ ਵੀ ਉਹ ਆਹ ਦੱਸਦਾ ਵੀ ਜਿਹੜੇ ਵੀ ਕੋਈ ਸਾਧਨਾਂ ਦਾ ਜਾਂ ਜਿਹੜੇ ਵੀ ਕਹਿ ਲਓ ਸਟੈਪ ਅੱਡ ਸਿੱਖ ਰਾਜ ਦੀ ਜਿਹੜੀ ਮੁਹਿੰਮ ਸੀ ਬਈ ਉਹਨੇ ਜੇ ਉਸ ਪਾਸੇ ਲਈ ਲੈਣੇ ਸੀ ਵੀ ਜਿੱਦਾਂ ਪੈਸੇ ਇਕੱਠੇ ਕਰਨ ਦੇ ਹੋਰ ਐਫਰਟ ਜਿਹੜੀ ਆ ਵੀ ਉਹ ਅਤੇ ਉਹਨੂੰ ਅਖੇ ਭਈ ਅੰਡਰਮਾਈਨ ਕਰਨ ਲਈ ਕਹਿ ਲਓ ਵੀ ਉਹਨੂੰ ਪਿੱਛੇ ਸੁੱਟਣੇ ਲਈ ਜੀ, ਭਈ ਜਿਹੜੀਆਂ ਏਜੰਸੀਆਂ ਸੀਗੀਆਂ ਭਾਰਤ ਦੀਆਂ ਭਈ ਉਹਨਾਂ ਨੇ ਐਫਰਟ ਜਿਹੜੀਆਂ ਆਪਣੀਆਂ ਕੋਸ਼ਿਸ਼ਾਂ ਸੀ ਉਹ ਹੋਰ ਤੇਜ਼ ਕਰ ਦੇਣੀਆਂ ਸੀ ਇਹਦੇ ਮੁਤਾਬਕ ਚੌਹਾਨ ਮੁਤਾਬਕ। ਪਰ ਅੱਗੇ ਜਿਹੜਾ ਹੈਗਾ ਰਿਐਕਸ਼ਨ ਇਹਦੀਆਂ ਕੈਨੇਡਾ ਦੀਆਂ ਜਸੂਸੀ ਏਜੰਸੀਆਂ ਦਾ ਅਤੇ ਜਿਹੜੇ ਚੌਹਾਨ ਨੂੰ ਫੋਲੋ ਕਰਦੇ ਸੀ ਉਹਨਾਂ ਦਾ, ਚੌਹਾਨ ਦੀਆਂ ਭੇਡਾਂ ਕਹਿ ਲਓ ਜੀ, ਜਾਂ ਚੌਹਾਨ ਦੇ ਅਪਗ੍ਰੇਡ ਜਿਹੜੇ ਸੀ। Canadian intelligence officials dismissed his claims as politically motivated ramblings. The Department of External Affairs in Ottawa was diplomatic, and in a press release they said, "We have no knowledge of any Indian agents being sent here." A press officer at the Indian High Commission in Ottawa described the statement as baseless and unacceptable. ਠੀਕ ਹੈ ਜੀ। ਪਰ ਅੱਗੇ ਉਹ ਲਿਖਦੇ ਵੀ ਚੌਹਾਨ's predictions were accepted without question by his supporters in Toronto. ਜੀ। He was believed to hold a mystical power of prophecy.
ਸਹੀ ਹੈ। ਸੋ ਮਤਲਬ ਵੀ ਜਿਹੜੇ ਹੱਥ ਕੰਡੇ ਅੱਜ ਅਪਣਾਏ ਜਾ ਰਹੇ ਆ ਵੀ ਜਿਹੜੇ ਸਾਨੂੰ ਲੱਗਦਾ ਆ ਬਿਲਕੁਲ ਕਿ ਭਾਈ ਨਵੇਂ ਇਹ ਨਵੇਂ ਆ ਜੀ, ਵੀ ਅਸਲ ਦੇ ਵਿੱਚ ਸਰਕਾਰ ਨੂੰ ਪਤਾ ਆ ਵੀ ਇਹ ਜਿਹੜੇ ਹੱਥ ਕੰਡੇ ਆ ਵੀ ਇਹ ਇਫੈਕਟਿਵ ਹੁੰਦੇ ਆ, ਅਸਰਦਾਰ ਹੁੰਦੇ ਆ। ਬਿਲਕੁਲ। ਸੋ ਇਸ ਕਰਕੇ ਸਾਡੀ ਹਰੇਕ ਜਨਰੇਸ਼ਨ ਲਈ ਉਹ ਇਹੋ ਜਿਹਾ ਚੌਹਾਨ ਜਿਹੜਾ ਆ ਉਹ ਖੜਾ ਕਰ ਦਿੰਦੇ ਆ ਜੀ। ਉਹ ਭਾਵੇਂ ਜਗਜੀਤ ਚੌਹਾਨ ਹੋਵੇ, ਭਾਵੇਂ ਹਰਨੇਕ ਨੇਕੀ ਹੋਵੇ, ਭਾਵੇਂ ਡੰਡਰੀਆਂ ਵਾਲਾ ਹੋਵੇ, ਜੀ ਬਿਲਕੁਲ। ਇਹੋ ਜਿਹੇ ਮਤਲਬ ਉਹਨਾਂ ਕੋਲੇ ਹਰੇਕ ਜਗ੍ਹਾ ਦੇ ਮੁਤਾਬਕ ਉਹਨਾਂ ਨੇ ਬੰਦਾ ਤਿਆਰ ਕਰਕੇ ਕੌਮ ਨੂੰ ਖੱਜਲ ਕਰਨੇ ਲਈ ਉਹਨੂੰ ਤੋੜ ਦੇਣਾ ਹੈਗਾ। ਸੋ ਇਹ ਹੁਣ ਕੌਮ ਦੀ ਕਹਿ ਲਓ ਭਈ ਅਕਲਮੰਦੀ ਆ ਵੀ ਉਹ ਕਿਵੇਂ ਇਹਦੇ ਲਈ ਪ੍ਰਪੇਅਰ ਹੁੰਦੀ ਆ, ਖਾਸ ਤੌਰ ਦੇ ਉੱਤੇ ਵੀ ਆਪਣੀ ਗੱਲ ਕਰੀਏ ਜੀ, ਵੀ ਜਿਹੜੇ ਸਾਡੇ ਤੋਂ ਬਾਅਦ ਵਾਲੀ ਜਨਰੇਸ਼ਨ ਆ ਉਹਨੂੰ ਅਸੀਂ ਕਿਵੇਂ ਤਿਆਰ ਕਰਦੇ ਹਾਂ ਵੀ ਇਹ ਜਿਹੜੀਆਂ ਚੀਜ਼ਾਂ ਨੇ ਵੀ ਇਹਨਾਂ ਨਾਲ ਨਜਿੱਠਣ ਲਈ। ਬਿਲਕੁਲ। ਵੀ ਉਹ ਇਹੀ ਨਾ ਸਮਝੀ ਚੱਲਣ ਵੀ ਜਿੱਦਾਂ ਵੀ ਅਸੀਂ ਸਮਝਦੇ ਹਾਂ ਵੀ ਇਹ ਪਹਿਲੀ ਵਾਰੀ ਹੋ ਰਿਹਾ ਜੀ। ਸੋ ਜਦੋਂ ਤੁਸੀਂ ਕਿਤਾਬਾਂ ਇਹ ਪੜ੍ਹਦੇ ਆ ਉਦੋਂ ਤੁਹਾਨੂੰ ਪਤਾ ਲੱਗਦਾ ਵੀ ਰੀਅਲਾਈਜ਼ ਹੁੰਦਾ ਆ ਵੀ ਇਹ ਭਾਈ ਵੀ ਪੁਰਾਣੀਆਂ ਖੇਡਾਂ ਜਿਹੜੀਆਂ ਉਹੀ ਨਵੇਂ ਖਿਡਾਰੀਆਂ ਰਾਹੀਂ ਖੇਡੀਆਂ ਜਾ ਰਹੀਆਂ। ਜੀ ਬਿਲਕੁਲ ਭਾਜੀ, ਮਤਲਬ ਇੱਕ ਗੱਲ ਹੋਰ ਸਮਝਣ ਦੇ ਵਿੱਚ ਇੱਥੋਂ ਦੀ ਆਉਂਦੀ ਹੈ ਕਿ ਯਾਨੀ ਕਿ ਇਹ ਅੱਜ ਤੋਂ 30 ਕੁ ਸਾਲ ਪੁਰਾਣੀ ਗੱਲਾਂ ਹੈਗੀਆਂ ਆ, 30-35 ਸਾਲ ਪੁਰਾਣੀਆਂ ਗੱਲਾਂ, 50 ਸਾਲ ਲਾ ਲਓ, ਕਿਉਂਕਿ ਜਿਹੜੇ ਚੌਹਾਨ ਦੀਆਂ ਗੱਲਾਂ ਕਰਦੇ ਆ 40 ਸਾਲ ਤੋਂ 40 ਸਾਲ, ਯਾਨੀ ਕਿ 40 ਸਾਲ ਦੇ ਵਿੱਚ ਅਸੀਂ ਮਤਲਬ ਜੇ ਇਹ ਕਹੀਏ ਕਿ ਸਾਡੀ ਕਿਤੇ ਨਾ ਕਿਤੇ ਨਲਾਇਕੀ ਹੈ ਕਿ ਅਸੀਂ ਇੱਕ ਇਮਿਊਨਿਟੀ ਨਹੀਂ ਕ੍ਰੀਏਟ ਕਰ ਸਕੇ ਇਹੋ ਜਿਹੇ ਬੰਦਿਆਂ ਪ੍ਰਤੀ, ਕਿਉਂਕਿ ਸਰਕਾਰ ਸੇਮ ਹੱਥਕੰਡੇ ਵਰਤ ਰਹੀ ਹੈ। ਬਿਲਕੁਲ ਸੇਮ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਲੇਕਿਨ ਅਸੀਂ ਆਪਣੇ ਆਪ ਦੇ ਵਿੱਚ ਜਾਂ ਆਪਣੀ ਕੌਮ ਦੇ ਵਿੱਚ ਇੱਕ ਇਮਿਊਨਿਟੀ ਨਹੀਂ ਕ੍ਰੀਏਟ ਕਰ ਪਾਏ ਕਿ ਇਹੋ ਜਿਹੇ ਬੰਦਿਆਂ ਦੇ ਨਾਲ ਆਪਾਂ ਕਿੱਦਾਂ ਡੀਲ ਕਰਨਾ ਜਾਂ ਕਿੱਦਾਂ ਇਹਨਾਂ ਨੂੰ ਟੈਕਲ ਕਰਨਾ ਹੈਗਾ ਆ, ਕਿਉਂਕਿ ਹਰ ਵਾਰ ਸਾਨੂੰ ਫਿਰ ਨਵੇਂ ਸਿਰੋਂ ਸ਼ੁਰੂਆਤ ਕਰਨੀ ਪੈਂਦੀ ਹੈਗੀ ਹੈ। ਉਹਦਾ ਕਾਰਨ ਵੀ ਇਹੀ ਆ ਵੀ ਕਿਉਂਕਿ ਸਰਕਾਰ ਜਿਹੜੀ ਹੈ ਨਾ ਉਹਦੀ ਘੁਸਪੈਠ ਇਸ ਹੱਦ ਤੱਕ ਆ ਸਾਡੀ ਕਮਿਊਨਿਟੀ ਦੇ ਅੰਦਰ ਹੋ ਗਈ ਜੀ। ਭਈ ਜਦੋਂ ਕੋਈ ਐਫਰਟ ਇਹ ਇਮਿਊਨਿਟੀ ਤਿਆਰ ਕਰਨ ਲਈ ਤੁਰਦੀ ਆ ਤੇ ਉਹ ਜਿਹੜੇ ਅੰਦਰ ਬੈਠੇ ਹੋਏ ਆ ਉਹ ਤੁਰ ਨਹੀਂ ਦਿੰਦੇ ਉਸ ਚੀਜ਼। ਬਿਲਕੁਲ। ਸੋ ਇਸ ਕਰਕੇ ਭਈ ਉਹ ਕਮਿਊਨਿਟੀ ਇਹ ਨਿਗਾ ਵੀ ਕਮਿਊਨਿਟੀ ਵੱਲੋਂ ਐਫਰਟ ਨਹੀਂ ਹੋਈ। ਭਈ ਜਿੱਦਾਂ ਹੁਣ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਭਈ ਜਿਹੜੇ ਉੱਥੇ ਇਸ ਵੇਲੇ ਸਾਡੇ ਪੋਲੀਟਿਕਸ ਦੇ ਵਿੱਚ ਜਿਹੜੀ ਸਾਡੀ ਜਗ੍ਹਾ ਹੈਗੀ ਕਮਿਊਨਿਟੀ ਦੀ ਜੀ, ਉਹ ਅਸਲ ਦੇ ਵਿੱਚ ਇਸੇ ਕਰਕੇ ਹੀ ਆ ਵੀ ਕਿਉਂਕਿ ਉੱਥੇ ਦੀ ਸਰਕਾਰ ਜਿਹੜੀ ਆ ਵੀ ਉਹ ਚੰਗੀ ਤਰ੍ਹਾਂ ਸਮਝਦੀ ਆ, ਖਾਸ ਤੌਰ ਤੇ ਏਜੰਸੀਆਂ ਜਿਹੜੀਆਂ ਆ ਭਈ ਜਿਹੜੀਆਂ ਇੰਡੀਆ ਦੀਆਂ ਜਸੂਸੀ ਏਜੰਸੀਆਂ ਆ ਵੀ ਉਹ ਕਿਸ ਹੱਦ ਤੱਕ ਗਈਆਂ। ਬਿਲਕੁਲ। ਸੋ ਉਹਨਾਂ ਨੇ ਜ਼ਰੂਰ ਆਪਣੇ ਲਈ ਇੱਕ ਢਾਲ ਤਿਆਰ ਕੀਤੀ ਹੈ ਜਿਹਦੇ ਕਰਕੇ ਵੀ ਸਾਡੀ ਕਮਿਊਨਿਟੀ ਨੂੰ ਉੱਥੇ ਬੈਨੀਫਿਟ ਹੁੰਦਾ ਹੈ। ਪਰ ਜੇ ਆਪਾਂ ਨਿਊਜ਼ੀਲੈਂਡ ਦਾ ਵੇਖੀਏ ਜਾਂ ਆਸਟ੍ਰੇਲੀਆ ਦਾ ਵੇਖੀਏ, ਇੱਥੇ ਕਹਿ ਲਓ ਭਈ ਥੱਲੇ ਲੋਕਲ ਕਾਉਂਸਲ ਤੋਂ ਲੈ ਕੇ ਤੇ ਉੱਪਰ ਜਿਹੜੀ ਸੈਂਟਰ ਦੀ ਸਰਕਾਰ ਆ, ਬਿਲਕੁਲ ਭਈ ਉੱਥੇ ਤੱਕ ਜੇ ਐਮਪੀਆਂ ਨੂੰ ਤੁਸੀਂ ਪਾਸੇ ਵੀ ਕਰ ਦਿਓ ਤੇ ਜਿਹੜੀ ਅਫਸਰਸ਼ਾਹੀ ਆ ਜੀ ਉਹ ਤਕਰੀਬਨ ਹਰੇਕ ਦਫ਼ਤਰ ਦੇ ਵਿੱਚ ਤੁਹਾਨੂੰ ਇੱਕ ਅੱਧਾ ਹਿੰਦੂ ਜਿਹੜਾ ਆ ਵੀ ਇੰਡੀਅਨ ਔਰੀਜਨ ਦਾ ਤੇ ਉਹ ਮਿਲ ਜਾਣਾ। ਸੋ ਜਿਹੜਾ ਕਿ ਮਤਲਬ ਵੀ ਇਹ ਨਿਗਾ ਵੀ ਉਹ ਸਾਰੇ 100% ਹੀ ਜਿਹੜੇ ਆ ਵੀ ਉਹ ਉੱਥੇ ਸਾਡੀ ਕਮਿਊਨਿਟੀ ਦੇ ਖਿਲਾਫ ਕੰਮ ਕਰਨ ਦੇ ਬਹੁਤ ਹੈਗੇ ਐਸੇ ਵੀ ਜਿਹੜੇ ਸਮਝਦੇ ਆ ਕਿ ਖੇਡ ਹੈ ਕੀ ਆ, ਖੇਡ ਕੀ ਹੈਗੀ ਤੇ ਉਹ ਉਹਦੇ ਖਿਲਾਫ ਵੀ ਹੈਗੇ ਆ ਤੇ ਉਹਨੂੰ ਕਹਿ ਲਓ ਵੀ ਉਸ ਨੂੰ ਚੱਲਣ ਵੀ ਨਹੀਂ ਦਿੰਦੇ। ਜੇ ਕਹਿਣ ਦਾ ਭਾਵ ਹੈ ਕਿ ਜਿਹੜੇ ਉਹ ਹਿੰਦੂ ਵਿੱਚ ਬੈਠੇ ਉਹਨਾਂ ਚ ਬਹੁਤ ਤੇ ਆਰਐਸਐਸ ਵਾਲੇ ਵੀ, ਜਿਹੜੇ ਆਰਐਸਐਸ ਵਾਲੇ ਆ ਉਹ ਮੌਕਾ ਜਾਣ ਨਹੀਂ ਦਿੰਦੇ ਵੀ ਕਿੱਥੇ ਉਹ ਸਾਡੀ ਕਮਿਊਨਿਟੀ ਨੂੰ ਢਾਹ ਲਾ ਸਕਦੇ ਆ ਤੇ ਕਿੱਦਾਂ ਉਹ ਮਤਲਬ ਸਾਡੇ ਜਿਹੜੇ ਭਵਿੱਖ ਹੈ ਸਾਡੀਆਂ ਜਿਹੜੀਆਂ ਫਿਊਚਰ ਜਨਰੇਸ਼ਨਸ ਨੇ ਵੀ ਉਹਨਾਂ ਦੇ ਰਾਹ ਦੇ ਵਿੱਚ ਕਿੱਦਾਂ ਰੋੜੇ ਜਿਹੜੇ ਆ ਵੀ ਕੰਡੇ ਜਿਹੜੇ ਬੀਜ ਸਕਦੇ ਆ। ਬਿਲਕੁਲ ਉਹ ਸਾਰਾ ਕੁਝ ਹੋਣ ਦਿਆ, ਕਿਉਂਕਿ ਹੁਣੀ ਰੀਸੈਂਟ ਵਾਕਿਆ ਭਾਈ ਜਿਹੜਾ ਸਿਡਨੀ ਦੇ ਵਿੱਚ ਹੋਇਆ ਦੇਖਣ ਨੂੰ ਮਿਲਿਆ ਵੀ ਹੈਗਾ ਆ ਤੇ ਉਹ ਤੋਂ ਵੀ ਸਾਨੂੰ ਸਮਝ ਜਾਣਾ ਚਾਹੀਦਾ ਕਿ ਇਹਨਾਂ ਦੀ ਘੁਸਪੈਠ ਕਿੱਥੇ ਤੱਕ ਹੋ ਚੁੱਕੀ ਹੈਗੀ ਹੈ। ਠੀਕ ਹੈ ਉਹ ਕਾਮਯਾਬ ਨਹੀਂ ਹੋਏ ਤੇ ਉਹ ਕਾਮਯਾਬ ਨਹੀਂ ਹੋਏ, ਹੋ ਸਕਦਾ 2 ਸਾਲ ਨੂੰ ਜਾਂ 4 ਸਾਲ ਨੂੰ ਜਾਂ 5 ਸਾਲ ਨੂੰ ਦੁਬਾਰਾ ਟਰਾਈ ਕਰਨ, ਉਦੋਂ ਉਹ ਕਾਮਯਾਬ ਹੋ ਜਾਣ। ਤੇ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਇੱਕ ਕਹਿ ਲਓ ਕਿ ਜਿਹੜਾ ਪੋਜ਼ਿਟਿਵ ਆਊਟਕਮ ਨਿਕਲ ਕੇ ਆਇਆ ਇਹ ਹੈ ਕਿ ਇਹ ਸਾਰੀ ਦੁਨੀਆ ਸਾਹਮਣੇ ਨੰਗੇ ਹੋ ਗਏ ਕਿ ਕਿੱਦਾਂ ਇਹ ਮਤਲਬ ਜੇ ਇਹ ਆਸਟ੍ਰੇਲੀਆ ਦੇ ਵਿੱਚ ਸਿਡਨੀ ਵਰਗੇ ਸ਼ਹਿਰ ਦੇ ਵਿੱਚ ਇੱਦਾਂ ਇਹ ਕਰ ਸਕਦੇ ਤੇ ਇੰਡੀਆ ਦੇ ਵਿੱਚ ਜਿੱਥੇ ਸਰਕਾਰ ਹੀ ਇਹਨਾਂ ਦੀ ਆਪ ਦੀ ਹੈਗੀ ਆ ਜਾਂ ਇਹ ਬਹੁ ਗਿਣਤੀ ਦੇ ਵਿੱਚ ਹੈਗੇ ਆ, ਮੈਜੋਰਟੀ ਦੇ ਵਿੱਚ ਹੈਗੇ ਆ, ਉੱਥੇ ਇਹ ਮਾਈਨੋਰਟੀਜ਼ ਦੇ ਨਾਲ ਕੀ ਕਰਦੇ ਹੋਣੇ ਆ। ਹੁਣ ਜਿਹੜੇ ਹਨਾ ਜੀ ਹੁਣ ਜਿਹੜਾ ਜਿਹੋ ਜਿਹਾ ਗੀਤ ਲਾ ਕੇ ਉਹ ਓਪਨ ਗੱਡੀਆਂ ਦੇ ਦਰਵਾਜ਼ੇ ਖੋਲ ਕੇ ਚਲਾ ਰਹੇ ਸੀਗੇ ਕਿ ਮਤਲਬ ਘਟੀਆ ਪੱਧਰ ਦੇ ਨਾਅਰੇ ਲਾਏ ਜਾ ਰਹੇ ਆ ਤੇ ਘਟੀਆ ਪੱਧਰ ਦੇ ਗੀਤ ਉੱਥੇ ਗਾਏ ਜਾ ਰਹੇ ਕਿ ਇੱਕ ਕਮਿਊਨਿਟੀ ਨੂੰ ਹਾਈ ਉੱਚਾ ਦੱਸ ਕੇ ਬਾਕੀ ਕਮਿਊਨਿਟੀ ਨੂੰ ਨੀਵਾਂ ਦੱਸਿਆ ਜਾ ਰਿਹਾ ਤੇ ਉਤੋਂ ਇੱਕ ਮਤਲਬ ਕਲੀਅਰ ਮੈਸੇਜ ਹੋ ਜਾਂਦਾ ਆ ਕਿ ਇਹ ਬਾਈ ਇੰਡੀਆ ਦੇ ਵਿੱਚ ਮਾਈਨੋਰਟੀਜ਼ ਦੇ ਨਾਲ ਕੀ ਕਰਦੇ ਹੋਣੇ। ਬਿਲਕੁਲ ਆ ਤੁਸੀਂ ਗੱਲ ਜਿਹੜੀ ਸਿਡਨੀ ਵਾਲੀ ਕੀਤੀ ਆ, ਇੱਥੇ ਵਾਲੀ ਵੀ ਆਪਾਂ ਕਰ ਲੈਂਦੇ ਆ ਜੀ। ਭਈ ਇੱਥੇ ਨਾ ਕੋਈ ਗਰੁੱਪ ਬਣਿਆ ਆ ਨਵਾਂ ਹੋਂਦ ਵਿੱਚ ਆਇਆ ਭਾਈ ਵੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਜੀ ਵੀ ਜਿਹੜਾ ਹੈਗਾ ਨਾ ਉਹ ਇੰਡੀਅਨਸ ਇਨ ਨਿਊਜ਼ੀਲੈਂਡ ਗਰੁੱਪ
ਉਹ ਬਹੁਤ ਵੱਡੇ ਪੱਧਰ ਦੇ ਉੱਤੇ ਬੜੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਭਈ ਇੱਥੇ ਨਿਊਜ਼ੀਲੈਂਡ ਦੇ ਵਿੱਚ ਇੰਡੀਅਨ ਕਮਿਊਨਿਟੀ ਦੇ ਅੰਦਰ ਤੇ ਸਿੱਖਾਂ ਤੇ ਮੁਸਲਮਾਨਾਂ ਖਿਲਾਫ ਜਿਹੜੀ ਆ ਵੀ ਉਹ ਨਫ਼ਰਤ ਬਹੁਤ ਚਿਰਾਂ ਤੋਂ ਭਰ ਰਿਹਾ ਜੀ, ਔਰ ਬੜੇ ਸਿਸਟਮੈਟਿਕ ਤਰੀਕੇ ਨਾਲ ਭਰ ਰਿਹਾ ਤੇ ਉਹ ਸਾਰਾ ਕੁਝ ਜਿਹੜਾ ਆ ਭਈ ਉੱਥੋਂ ਇਹ ਪਤਾ ਲੱਗਣ ਦਿਆ ਆ ਭਈ ਇਹ ਸਾਰੇ ਜਿਹੜੇ ਆ ਨਾ ਭਈ ਸਰਕਾਰ ਦੀ ਸ਼ਹਿ ਦੇ ਉੱਤੇ ਆ, ਭਾਰਤ ਸਰਕਾਰ ਦੀ ਸ਼ਹਿ ਦੇ ਉੱਤੇ ਕਰਦੇ ਪਏ ਜੀ। ਹੁਣ ਇੰਡੀਅਨਸ ਇਨ ਨਿਊਜ਼ੀਲੈਂਡ ਜਿਹੜੀ ਆਈਡੀ ਆ ਫੇਸਬੁੱਕ ਵਾਲੀ, ਉੱਥੋਂ ਇੱਕ ਪੋਸਟ ਪਈ ਸੀਗੀ ਕੁਝ ਦਿਨ ਪਹਿਲਾਂ, ਮੈਂ 17 ਫਰਵਰੀ ਜਾਂ 16 ਫਰਵਰੀ ਦੀ ਆ। ਠੀਕ ਹੈ ਜੀ। ਭਈ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ। ਧਰਮ ਰਕਸ਼ਕ ਨਿਊਜ਼ੀਲੈਂਡ ਐਂਡ ਹਰਿਆਣਾ ਫਾਊਂਡੇਸ਼ਨ, ਠੀਕ ਹੈ ਜੀ, with Honorable High Commissioner Mr. ਮੁਕੇਸ਼ ਪਰਦੇਸੀ ਐਂਡ ਮਿਸਟਰ ਭਾਵਟਿੱਲੋਂ ਜੀ। ਜਿਨ੍ਹਾਂ ਨੂੰ ਨਹੀਂ ਪਤਾ ਵੀ ਜਿਹੜਾ ਮੁਕਤੇਸ਼ ਪਰਦੇਸੀ ਆ ਉਹ ਹੈਗਾ ਆ ਵੈਲਿੰਗਟਨ ਦੇ ਵਿੱਚ ਇੰਡੀਆ ਦਾ ਹਾਈ ਕਮਿਸ਼ਨ, ਤੇ ਜਿਹੜਾ ਭਾਵਟਿੱਲੋਂ ਆ ਵੀ ਇਹ ਆਨਰਰੀ ਕਾਉਂਸਲ ਆ ਇੰਡੀਆ ਦਾ ਆਕਲੈਂਡ ਦੇ ਵਿੱਚ, ਤੇ ਇਹ ਦੋਵਾਂ ਦੇ ਨਾਲ ਵੀ ਇਹ ਹੈਗੀ ਆ। ਤੇ ਆ ਧਰਮ ਰਕਸ਼ਕ ਨਿਊਜ਼ੀਲੈਂਡ ਐਂਡ ਹਰਿਆਣਾ ਫਾਊਂਡੇਸ਼ਨ ਜਿਹੜੀ ਆ ਵੀ ਇਹਦੇ ਆਪ ਬੰਦੇ ਜਿਹੜੇ ਨੇ ਵੀ ਇਹ ਤੁਸੀਂ ਦੇਖ ਲਿਓ ਸ਼ਕਲਾਂ ਜੇ ਤੁਹਾਨੂੰ ਲੱਭਿਆ ਉੱਥੇ ਫੇਸਬੁੱਕ ਤੇ ਜੀ, ਤੇ ਜਾਂ ਆਪਾਂ ਇੱਧਰ ਪਾ ਦਾਂਗੇ ਲੋਹਗੜ੍ਹ ਵਾਲੇ ਪਾਸੇ ਜੀ। ਤੇ ਇਹ ਪੋਸਟ ਪਾਈ ਮੁਕੇਸ਼ ਮਹਿਤਾ ਨੇ ਤੇ ਨਾਲ ਟੈਗ ਕੀਤਾ ਹੋਇਆ ਤਰੁਣ ਮਦਾਨ ਤੇ ਹੋਰ ਬੰਦੇ ਜੀ। ਹੁਣ ਤਰੁਣ ਮਦਾਨ ਜਿਹੜਾ ਆ ਤੇ ਮੁਕੇਸ਼ ਮਹਿਤਾ ਇਹ ਦੋ ਨੇ ਇਹਨਾਂ ਦੇ ਇੰਡੀਅਨਸ ਇਨ ਨਿਊਜ਼ੀਲੈਂਡ ਗਰੁੱਪ ਜਿਹੜਾ ਇਹਦੇ ਮੋਡਰੇਟਰ। ਤੇ ਇਹਨਾਂ ਦੀਆਂ ਜਾਲੀ ਆਈਡੀਆਂ ਕਈ ਹੈਗੀਆਂ ਵੀ ਜਿਹੜੀਆਂ ਇਹ ਉਹ ਗਰੁੱਪ ਦੇ ਵਿੱਚ ਵੀ ਵਰਤਦੇ ਨੇ ਤੇ ਉੱਦਾਂ ਵੀ ਫੇਸਬੁੱਕ ਦੇ ਉੱਤੇ ਵੀ ਚੰਗੀ ਜਿਹੜੀ ਨਫ਼ਰਤ ਫੈਲਾਉਣ ਲਈ ਵਰਤਦੇ ਨੇ ਜੀ। ਤੇ ਹੁਣ ਇਹਨਾਂ ਬੰਦਿਆਂ ਦੇ ਨਾਲ ਇਹੋ ਜਿਹਿਆਂ ਦੇ ਨਾਲ ਜਦੋਂ ਇੰਡੀਆ ਦਾ ਹਾਈ ਕਮਿਸ਼ਨ ਤੇ ਇੰਡੀਆ ਦਾ ਆਨਰਰੀ ਕਾਉਂਸਲ ਖੜਾ ਹੋਵੇ ਜੀ, ਉੱਥੋਂ ਤੁਸੀਂ ਫਿਰ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਵੀ ਜੋ ਇਹ ਕਰ ਰਹੇ ਨੇ ਬੰਦੇ, ਬਿਲਕੁਲ ਵੀ ਉਹ ਸਾਰੇ ਦੇ ਸਾਰੇ ਜਿਹੜੇ ਆ ਵੀ ਉਹ ਇੰਡੀਅਨ ਏਜੰਸੀਆਂ ਦੀ ਸ਼ਹਿ ਦੇ ਉੱਤੇ ਕਰ ਰਹੇ ਨੇ ਜੀ। ਔਰ ਜੇ ਇਹਨਾਂ ਨੂੰ ਇੱਥੇ ਨਿਊਜ਼ੀਲੈਂਡ ਦੇ ਵਿੱਚ ਅਜੇ ਤੱਕ ਕਿਸੇ ਨੇ ਹੱਥ ਨਹੀਂ ਪਾਇਆ ਤੇ ਇਹਦਾ ਮਤਲਬ ਆ ਭਈ ਜਿਹੜੇ ਇੰਡੀਅਨਸ ਦੀ ਆਪਾਂ ਗੱਲ ਕੀਤੀ ਆ ਵੀ ਜਿਹੜੇ ਭਈ ਇੱਥੇ ਦਫ਼ਤਰਾਂ 'ਚ ਬੈਠੇ ਨੇ ਜੀ, ਨਿਊਜ਼ੀਲੈਂਡ ਪੁਲਿਸ ਦੇ ਵਿੱਚ ਬੈਠੇ ਨੇ, ਹਿਊਮਨ ਰਾਈਟਸ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਘੁਸਪੈਠ ਕਰੀ ਬੈਠੇ ਨੇ ਜੀ, ਭਈ ਉਹ ਇਹਨਾਂ ਦੇ ਖਿਲਾਫ ਕੋਈ ਵੀ ਕੰਪਲੇਂਟ ਜਿਹੜੀ ਆ ਵੀ ਉਹ ਗਾਹ ਨਹੀਂ ਜਾਣਦੇ। ਔਰ ਇਹੀ ਚੀਜ਼ ਦਾ ਫਾਇਦਾ ਜਿਹੜਾ ਆ ਉਹ ਆਪਾਂ ਨੂੰ ਫਸਟ ਹੈਂਡ ਐਕਸਪੀਰੀਅੰਸ ਆ ਭਈ ਜਦੋਂ ਨੇਕੀ ਦੇ ਖਿਲਾਫ ਕੰਪਲੇਂਟਾਂ ਹੋਈਆਂ ਬਿਲਕੁਲ ਉਹ ਕਿਉਂ ਨਹੀਂ ਸਿਰੇ ਚੜਨ ਦਿੱਤੀਆਂ। ਬਿਲਕੁਲ ਭਈ ਜੇ 10 ਕੰਪਲੇਂਟਾਂ ਚੋਂ ਜਾਂ 20 ਕੰਪਲੇਂਟਾਂ ਚੋਂ ਇੱਕ ਕੰਪਲੇਂਟ ਸਿਰੇ ਚੜੀ ਆ, ਬਿਲਕੁਲ, ਜਦ ਕਿ ਚੜਨੀਆਂ 15 ਚਾਹੀਦੀਆਂ ਸੀ ਜੀ। ਸੋ ਉਹ ਆਹ ਚੀਜ਼ਾਂ ਨੇ, ਆਹ ਖੇਡਾਂ ਨੇ ਵੀ ਜਿਹੜੀਆਂ ਚੱਲ ਰਹੀਆਂ ਪਿੱਛੇ ਚੱਲ ਰਹੀਆਂ, ਬਿਲਕੁਲ ਪਰਦੇ ਦੇ ਪਿੱਛੇ ਆ ਚੱਲ ਰਿਹਾ ਜੀ। ਔਰ ਇਹੀ ਚੀਜ਼ ਜਿਹੜੀ ਆ ਕੈਨੇਡਾ 'ਚ ਪਹਿਲਾਂ ਹੋ ਚੁੱਕੀ ਆ ਜੀ ਜੀ। ਬਟ ਉਹ ਜਿੱਦਾਂ ਤੁਸੀਂ ਦੱਸਿਆ ਕੈਨੇਡਾ ਦੀ ਸਰਕਾਰ ਨੇ ਉਹਦੇ ਲਈ ਇੱਕ ਢਾਲ ਤਿਆਰ ਕਰ ਲਈ ਹੈਗੀ ਆਪਣੇ ਆਪ 'ਚ। ਸੋ ਹੁਣ ਕਹਿ ਲਓ ਭਈ ਥੋੜੀ ਜੀ ਖੁਸ਼ੀ ਵਾਲੀ ਗੱਲ ਇਹ ਆ ਵੀ ਜਿਹੜੀ ਨਿਊਜ਼ੀਲੈਂਡ ਦੀ ਸਰਕਾਰ ਆ ਜੀ ਭਈ ਉਹਨੂੰ ਵੀ ਹੌਲੀ ਹੌਲੀ ਕਰਕੇ ਵੀ ਜਿਹੜਾ ਖਤਰਾ ਇਹਨਾਂ ਤੋਂ ਹੈਗਾ ਆ ਜੀ ਭਈ ਉਹ ਰੀਅਲਾਈਜ਼ ਹੁੰਦਾ ਲੱਗਦਾ ਆ, ਸਮੈਲ ਆਉਣ ਲੱਗ ਗਈ, ਸਮੈਲ ਆਉਣ ਲੱਗ ਪਈ ਆ, ਕਿਉਂਕਿ ਜਿਹੜੀਆਂ ਸਾਡੀਆਂ ਮੀਟਿੰਗਾਂ ਹੋਈਆਂ ਆ ਉਹਨਾਂ ਦੇ ਨਾਲ ਬਿਲਕੁਲ ਬਿਲਕੁਲ ਵੀ ਈਵਨ ਜਿਹੜੀ ਇੱਥੇ ਦੀ ਸੀਕ੍ਰੇਟ ਸਰਵਿਸ ਆ ਉਹਨਾਂ ਦੇ ਵੀ ਬੰਦੇ ਉਹਨਾਂ ਮੀਟਿੰਗਾਂ ਦੇ ਵਿੱਚ ਸੀਗੇ ਜੀ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਇਸੇ ਪਾਸੇ ਨੂੰ ਹੀ ਇਸ਼ਾਰਾ ਕਰ ਰਿਹਾ ਆ ਵੀ ਗਾਂ ਜਿਹੜਾ ਆ ਵੀ ਉਹ ਕੋਈ ਨਾ ਕੋਈ ਸਟੈਪ ਜਿਹੜਾ ਵੀ ਲਿਆ ਜਾਊਗਾ ਵੀ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਵੀ ਇਹਨਾਂ ਨੂੰ ਨੱਥ ਪਾਉਣੀ ਕਿੱਦਾਂ ਕੰਟਰੋਲ ਕੀਤਾ ਜਾਵੇ। ਬਿਲਕੁਲ। ਸੋ ਆਸ ਕਰਦੇ ਹਾਂ ਆਪਾਂ ਵੀ ਗਾਂ ਜਿਹੜਾ ਆ ਵੀ ਭਵਿੱਖ ਜਿਹੜਾ ਵੀ ਜਿੰਨਾ ਮਾੜਾ ਦਿਖ ਰਿਹਾ ਆ ਵੀ ਉਹਨਾਂ ਨਹੀਂ ਹੋਊਗਾ ਤੇ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਹੈ ਨੇ ਜੀ ਵੀ ਉਹ ਨੇਪਰੇ ਚੜਨਗੀਆਂ ਤੇ ਉਹਦੇ ਜਿਹੜੇ ਅਸਰ ਆ ਵੀ ਉਹ ਚੰਗੇ ਨਿਕਲਣਗੇ। ਬਿਲਕੁਲ ਬਿਲਕੁਲ। ਪਰ ਉਹ ਸਾਰਾ ਕੁਝ ਸਮਝਣ ਲਈ ਜ਼ਰੂਰੀ ਇਹ ਗੱਲ ਹੈਗੀ ਆ ਵੀ ਅਸੀਂ ਇਹ ਚੀਜ਼ ਦਾ ਧਿਆਨ ਰੱਖੀਏ ਵੀ ਜੋ ਪਿੱਛੇ ਹੋ ਚੁੱਕਿਆ ਆ ਜੀ ਉਹਦੇ ਬਾਰੇ ਆਪਣੇ ਆਪ ਨੂੰ ਐਜੂਕੇਟ ਕਰੀਏ ਜੀ ਤੇ ਗਾਂ ਕੋਈ ਸਿਸਟਮ ਇਦਾਂ ਦੇ ਬਣਾਈਏ ਵੀ ਜਿਹਦੇ ਵਿੱਚ ਭਈ ਅਗਲੀਆਂ ਜਨਰੇਸ਼ਨਾਂ ਜਿਹੜੀਆਂ ਸਾਡੀਆਂ ਹੈ ਨੇ ਜੀ ਭਈ ਉਹਨਾਂ ਨੂੰ ਪਹਿਲਾਂ ਹੀ ਇਹਨਾਂ ਚੀਜ਼ਾਂ ਤੋਂ ਭਈ ਅਗਾਹ ਕਰ ਦਿੱਤਾ ਜਾਵੇ। ਬਿਲਕੁਲ। ਔਰ ਉਹਦੀ ਮੈਨੂੰ ਉਦਾਹਰਨ ਇਹ ਆਉਂਦੀ ਹੁੰਦੀ ਆ ਦਿਮਾਗ ਦੇ ਵਿੱਚ ਭਈ ਜਦੋਂ ਨਾ ਆਪਾਂ ਜਪਜੀ ਸਾਹਿਬ ਪੜ੍ਹਦੇ ਆ ਜੀ ਬਿਲਕੁਲ, ਤੇ ਉਹਦੇ ਵਿੱਚ ਜਿਹੜੀ ਪਹਿਲੀ ਪੌੜੀ ਆ ਭਈ ਉਹਨੂੰ ਹੀ ਤੁਸੀਂ ਜਦੋਂ ਸ਼ੁਰੂ ਕਰਦੇ ਆ ਜੀ ਵੀ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਿਆ ਨਾਲ। ਠੀਕ ਆ ਜੀ। ਹੁਣ ਜਿਹੜੀਆਂ ਇਹ ਚੀਜ਼ਾਂ ਨੇ ਨਾ ਉੱਪਰ ਵਾਲੀਆਂ ਜਿਹੜੀਆਂ ਦਿੱਤੀਆਂ, ਜਿਹੜਾ ਕੁਐਸਚਨ ਆ ਉਹਦੀ ਆਪਣੀ ਇੰਪੋਰਟੈਂਸ ਆ, ਪਰ ਜਿਹੜੀਆਂ ਉੱਪਰ ਦਿੱਤੀਆਂ ਨੇ ਨਾ ਇਹ ਚੀਜ਼ਾਂ ਵੀ ਸੋਚਿਆ ਸੋਚਣਾ ਹੋਵੇ, ਭੁੱਖਿਆ ਭੁੱਖ ਨਾ ਉਤਰੀ, ਉਹ ਸਾਰਾ ਕੁਝ ਜਿਹੜਾ ਹੈ ਨਾ ਉਹ ਉਸ ਚੀਜ਼ ਵੱਲ ਪੁਆਇੰਟ ਆਊਟ ਕਰਦਾ ਵੀ ਜਿਹੜੀ ਆਪਾਂ ਹੁਣੇ ਗੱਲ ਕਰਦੇ ਪਏ ਆ ਵੀ ਨਿਆਣਿਆਂ ਨੂੰ ਅੱਗੇ ਜਿਹੜੀ ਭਵਿੱਖ ਆ ਵੀ ਉਹਦੇ ਲਈ ਤਿਆਰ ਕਰੀਏ। ਬਿਲਕੁਲ। ਕਿਉਂਕਿ ਜਿਹੜੀਆਂ ਚੀਜ਼ਾਂ ਗੁਰੂ ਪਾਤਸ਼ਾਹ ਲਿਸਟ ਕਰਦੇ ਨੇ ਉਹ ਸਾਰੀਆਂ ਉਹ ਨੇ ਵੀ ਜਿਹੜੀਆਂ ਬਾਰ-ਬਾਰ ਕਰਦੇ ਰਹਿਣਾ ਪੈਂਦਾ। ਬਿਲਕੁਲ।
ਜਿਹੜੀਆਂ ਹਰ ਰੋਜ਼ ਸਾਨੂੰ ਕਰਨੀਆਂ ਪੈਂਦੀਆਂ ਜਾਂ ਦਿਨ ਦੇ ਵਿੱਚ ਕਈ ਵਾਰੀ ਕਰਨੀਆਂ ਪੈਂਦੀਆਂ ਜੀ ਬਿਲਕੁਲ। ਉਹ ਇਹ ਵੀ ਕਹਿੰਦੇ ਨੇ ਵੀ ਇੱਕ ਵਾਰੀ ਨਹਾ ਕੇ ਭਈ ਬੰਦਾ ਇਹ ਨਹੀਂਗਾ ਵੀ ਹਮੇਸ਼ਾ ਨਹਾਉਣ ਦੀ ਲੋੜ ਹੀ ਨਹੀਂ ਪੈਣੀ। ਬਿਲਕੁਲ। ਇੱਕ ਵਾਰੀ ਰੋਟੀ ਖਾ ਕੇ ਜਾਂ ਗੱਡਿਆਂ ਦੇ ਗੱਡੇ ਰੋਟੀਆਂ ਦੇ ਢਿੱਡ ਨਾਲ ਬੰਨ੍ਹ ਕੇ ਜਾਂ ਢਿੱਡ 'ਚ ਪਾ ਕੇ ਇਹ ਨਹੀਂਗਾ ਵੀ ਇਹ ਵੀ ਦੁਬਾਰਾ ਰੋਟੀ ਖਾਣ ਦੀ ਲੋੜ ਹੀ ਨਹੀਂ ਪੈਣੀ। ਬਿਲਕੁਲ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਦਾਹਰਨਾਂ ਇਹੀ ਸਾਨੂੰ ਦੱਸਦੀਆਂ ਵੀ ਇੱਕ ਵਾਰੀ ਜੇ ਆਪਾਂ ਵੀ ਇੱਕ ਕੋਈ ਛੜਯੰਤਰ ਜਿਹੜਾ ਆ ਭਾਰਤੀ ਏਜੰਸੀਆਂ ਦਾ, ਉਹ ਭਾਵੇਂ ਉਹ ਕਨਿਸ਼ਕਾ ਵਾਲਾ ਹੋਵੇ ਭਾਵੇਂ ਕੋਈ ਹੋਰ ਹੋਵੇ, ਭਈ ਜੇ ਅਸੀਂ ਉਹਨੂੰ ਨੰਗਿਆ ਕਰ ਦਿੱਤਾ ਆ, ਉਹਦਾ ਇਹ ਮਤਲਬ ਨਹੀਂਗਾ ਵੀ ਏਜੰਸੀਆਂ ਨੇ ਕਹਿਣਾ ਵੀ ਉਹ ਹੁਣ ਤੇ ਸਾਨੂੰ ਇਹਨਾਂ ਨੇ ਨੰਗਿਆ ਕਰ ਦਿੱਤਾ, ਹੁਣ ਦੁਬਾਰਾ ਹੁਣ ਅਸੀਂ ਚੁੱਪ ਕਰਕੇ ਬਹਿ ਜਾਈਏ। ਉਹ ਆਪਣੀਆਂ ਕੰਮ ਕਰੀ ਜਾਣਦਾ ਆ, ਉਹ ਆਪਣੀਆਂ ਜਿਹੜੀਆਂ ਚਾਲਾਂ ਉਹ ਚੱਲੀ ਜਾਣਦਾ ਆ। ਅਸੀਂ ਇੱਕ ਵਾਰੀ ਐਕਸਪੋਜ਼ ਕਰਕੇ ਬਹਿ ਜੀਦਾ ਵੀ ਲੈ ਵੀ ਹੁਣ ਤੇ ਅਸੀਂ ਜਿੱਤ ਗਏ, ਦੇਖੋ ਨੰਗੇ ਕਰ ਦਿੱਤੇ, ਓਵਰ ਕੌਨਫੀਡੈਂਸ ਅਸੀਂ ਪ੍ਰੂਵ ਕਰ ਦਿੱਤਾ ਵੀ ਇਹ ਏਜੰਸੀਆਂ ਕੰਮ ਕਰਦੀਆਂ ਪਈਆਂ। ਉਹ ਕੰਮ ਜਿਹੜਾ ਆ ਉਹ ਸਾਨੂੰ ਨਾ ਸਿਰਫ ਰੋਜ਼ ਕਰਦੇ ਰਹਿਣਾ ਪੈਣਾ ਆ, ਕਿਉਂਕਿ ਉਹ ਏਜੰਸੀਆਂ ਦਾ ਇੱਕ ਪ੍ਰੋਜੈਕਟ ਨਹੀਂ ਚੱਲ ਰਿਹਾ, ਹਰੇਕ ਮੁਲਕ ਦੇ ਵਿੱਚ ਵੀ ਇੱਕ ਤੋਂ ਵੱਧ ਪ੍ਰੋਜੈਕਟ ਉਹਨਾਂ ਦੇ ਚੱਲਣ ਦੇ, ਇੱਕ ਮੁਲਕ ਦੇ ਵਿੱਚ। ਸੋ ਜਦੋਂ ਤੁਸੀਂ ਉਹ ਹਿਸਾਬ ਲਾਉਂਦੇ ਆ ਵੀ ਉਹਨਾਂ ਨੂੰ ਨਹੀਂ ਫਰਕ ਪੈਂਦਾ ਵੀ ਤੁਸੀਂ ਇੱਕ ਉਹਨਾਂ ਦਾ ਜਿਹੜਾ ਕੋਈ ਛੜਯੰਤਰ ਆ ਵੀ ਉਹਨੂੰ ਤੁਸੀਂ ਨੰਗਿਆ ਕਰ ਦਿੱਤਾ, ਜਾਂ ਕੋਈ ਉਹਨਾਂ ਦਾ ਇੱਕ ਪਿਆਦਾ ਜਿਹੜਾ ਆ ਵੀ ਉਹਨੂੰ ਤੁਸੀਂ ਨੰਗਿਆ ਕਰ ਦਿੱਤਾ, ਪ੍ਰੂਵ ਕਰਤਾ ਵੀ ਆ ਜਸੂਸ ਨੇ, ਜਿੱਦਾਂ ਜਰਮਨੀ ਦੇ ਵਿੱਚ ਕਪਲ ਜਿਹੜਾ ਸੀਗਾ ਵੀ ਉਹ ਲੱਗਾ ਹੋਇਆ ਸੀ, ਉਹ ਐਕਸਪੋਜ਼ ਹੋ ਗਿਆ ਉੱਥੇ। ਨਹੀਂ, ਇੱਥੇ ਆਪਣਾ ਨਿਊਜ਼ੀਲੈਂਡ ਦਾ ਵੀ ਹੁਣ ਨੇਕੀ ਤੇ ਹਮਲਾ ਹੋਇਆ ਹੈ, ਮੰਨ ਲਓ ਇਹ ਵੀ ਇੱਕ ਪ੍ਰੋਜੈਕਟ ਦਾ ਹਿੱਸਾ ਹੋਵੇ, ਜੇ ਮਤਲਬ ਇਹ ਖਤਮ ਹੋ ਜਾਂਦਾ ਹੈ, ਇਹ ਪ੍ਰੋਜੈਕਟ ਖਤਮ ਹੋ ਜਾਂਦਾ, ਉਹਨਾਂ ਨੂੰ ਫਰਕ ਹੀ ਨਹੀਂ ਪੈਣਾ, ਉਹਨਾਂ ਨੂੰ ਫਰਕ ਨਹੀਂ ਪੈਣਾ, ਉਹਨਾਂ ਨੇ ਹੋਰ ਕੋਈ ਨਵਾਂ ਸ਼ੁਰੂ ਕਰਨਾ। ਜਿਹੜੇ ਇੰਡੀਅਨ ਨੇ ਨਿਊਜ਼ੀਲੈਂਡ ਵਾਲੇ ਆ ਤੇ ਹੋਰ ਸਾਰੇ, ਉਹ ਸਾਰੇ ਇੱਕੋ ਖੇਡ ਦਾ ਹਿੱਸਾ, ਸਹੀ ਗੱਲ। ਸੋ ਉਹਨਾਂ ਕੋਲੇ ਕਈ ਪਿਆਦੇ ਹੈਗੇ, ਨਾਲੇ 10 ਹੋਰ ਤਿਆਰ ਬੈਠੇ ਹੋਣੇ ਆ, ਜਿਹੜੇ ਕਹਿੰਦੇ ਹੋਣੇ ਆ ਵੀ ਉਹ ਕੋਈ ਨਾ ਜੀ ਨੇਕੀ ਗਿਆ, ਅਸੀਂ ਉਹ ਤੋਂ ਵੀ ਗਾਂ ਹੋਰ ਘਟੀਆ ਪੱਧਰ ਦੇ ਉੱਤੇ ਜਾ ਕੇ ਬਕਵਾਸ ਕਰਾਂਗੇ। ਉਹ ਪਤਾ ਹੀ ਆ ਆਪਾਂ ਨੂੰ, ਉਹ ਕੈਨੇਡਾ ਵਾਲਾ ਦੂਸਰਾ ਸਤਨਾਮ ਮੌਂਟਰੀਆਲ, ਉਹ ਜਰਮਨੀ ਵਾਲਾ ਦਵਿੰਦਰ, ਇਹ ਸਾਰੇ ਕੀ ਕਰਦੇ ਪਏ ਨੇ, ਲਖਵੀਰ ਸਿੰਘ, ਉਹ ਦੇਖ ਲਓ ਵੀ ਉਹ ਮਤਲਬ ਵੀ ਲੱਗਦਾ ਵੀ ਇਹ ਬੰਦਾ ਬੜਾ ਵੀ ਇਹ ਵੀ ਠੀਕ ਠਾਕ ਹੋਣਾ ਆ, ਵੀ ਇਹ ਵੀ ਉਹਨੇ ਇਤਿਹਾਸ ਦੀ ਵੀ ਇਹ ਵੀ ਸਟੱਡੀ ਕੀਤੀ ਆ ਤੇ ਗੁਰਬਾਣੀ ਦੀ ਵੀ ਕੀਤੀ ਆ, ਤੇ ਆਹ ਦੇਖ ਲਓ ਵੀ ਅਕਲ ਦਾ ਜਨਾਜ਼ਾ ਕਿੱਦਾਂ ਕੱਢਣ ਦਿਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਉਦੋਂ ਹੀ ਸੈਂਸ ਬਣਦੀ ਆ ਵੀ ਜਦੋਂ ਤੁਹਾਨੂੰ ਇਹ ਪਤਾ ਲੱਗਣ ਲੱਗਦਾ ਵੀ ਏਜੰਸੀਆਂ ਕਿਸ ਹਿਸਾਬ ਨਾਲ ਕੰਮ ਕਰਦੀਆਂ, ਕਿਸ ਹਿਸਾਬ ਨਾਲ ਆਪਰੇਟ ਕਰਦੀਆਂ। ਤੇ ਉਹ ਤੋਂ ਬਾਅਦ ਵੀ ਅਸੀਂ ਸਿਰਫ ਇੰਨਾ ਕਰਕੇ ਬਹਿ ਜਾਈਏ ਵੀ ਬਸ ਠੀਕ ਆ ਜੀ ਵੀ ਸਾਨੂੰ ਸਮਝ ਲੱਗ ਗਈ ਵੀ ਏਜੰਸੀਆਂ ਇੱਦਾਂ ਆਪਰੇਟ ਕਰਦੀਆਂ, ਤੇ ਉਹ ਜਿੰਨੀ ਦੇਰ ਤੱਕ ਸਾਨੂੰ ਸਮਝ ਲੱਗੀ ਆ ਉਹ ਸਾਡੀ ਡਿਊਟੀ ਇਹ ਬਣਦੀ ਆ ਵੀ ਅਸੀਂ ਸਿਸਟਮ ਇੱਦਾਂ ਦਾ ਤਿਆਰ ਕਰੀਏ ਵੀ ਨਾ ਸਿਰਫ ਏਜੰਸੀਆਂ ਦੇ ਜਿਹੜੇ ਕਾਰਨਾਮੇ ਆ ਵੀ ਉਹ ਕਰਤੂਤਾਂ ਪਛਾਣ ਲਈਏ, ਬਲਕਿ ਉਹ ਸਿਸਟਮ ਤਿਆਰ ਕਰਕੇ ਅਗਲੀ ਜਨਰੇਸ਼ਨ ਨੂੰ ਦੇ ਕੇ ਜਾਈਏ ਵੀ ਉਹਨਾਂ ਨੂੰ ਮੁੱਢ ਤੋਂ ਜਿਹੜਾ ਪਹੀਆ ਆ ਉਹ ਇਨਵੈਂਟ ਨਾ ਕਰਨਾ ਪਵੇ, ਜ਼ੀਰੋ ਤੋਂ ਸ਼ੁਰੂ ਨਾ ਕਰਨਾ ਪਵੇ। ਸੋ ਉਹ ਚੀਜ਼ਾਂ ਜਿਹੜੀਆਂ ਵੀ ਉਹਦੇ ਵਿੱਚ ਇਸ ਵੇਲੇ ਖਾਸੀ ਖਾਮੀ ਆ ਵੀ ਜਿਹਦੇ ਵਿੱਚ ਵੀ ਜਿੱਦਾਂ ਆਪਾਂ ਨੂੰ ਕਹਿ ਲਓ ਵੀ ਇਹ ਵੀ ਜ਼ੀਰੋ ਤੋਂ ਸਟਾਰਟ ਕਰਨਾ ਪਿਆ, ਵੀ ਜਦੋਂ ਤੱਕ ਆਪ ਅਸੀਂ ਵਿਕਟਮ ਨਹੀਂ ਬਣ ਗਏ ਸਾਨੂੰ ਸਮਝ ਹੀ ਨਹੀਂ ਲੱਗੀ ਵੀ ਹੋਣ ਕੀ ਦਿਆ ਹੈ। ਸੋ ਉਹ ਜਿਹੜੀ ਚੀਜ਼ ਆ ਵੀ ਉਹ ਤੋਂ ਬਚਾਉਣਾ ਅਗਲੀਆਂ ਜਨਰੇਸ਼ਨਾਂ ਨੂੰ ਉਹ ਬਹੁਤ ਜ਼ਰੂਰੀ ਆ, ਔਰ ਇਸੇ ਚੀਜ਼ ਨੂੰ ਹੀ ਪ੍ਰੀਵੈਂਟ ਕਰਨ ਲਈ ਵੀ ਇਹੋ ਜਿਹੇ ਸਿਸਟਮ ਨਾ ਬਣਨ ਅਗਲਿਆਂ ਨੇ ਸਾਡੀ ਜਿਹੜੀ ਕੌਮੀ ਲੀਡਰਸ਼ਿਪ ਸੀਗੀ ਉਹ ਖਤਮ ਕਰ ਦਿੱਤੀ। ਸਹੀ ਗੱਲ। ਔਰ ਉਹ ਜਿਹੜਾ ਵੀ ਇੱਕ ਕਹਿ ਲਓ ਵੀ ਵੱਡੀ ਗਲਤੀ ਜਿਹੜੀ ਅਸੀਂ ਕਰਦੇ ਹਾਂ ਉਹ ਇਹ ਕਰਦੇ ਹਾਂ ਵੀ ਜਦੋਂ ਅਸੀਂ ਇਹ ਕਹੀਦਾ ਵੀ SGPC ਕੁਛ ਕਰ ਨਹੀਂ ਰਹੀ ਜਾਂ ਅਕਾਲੀ ਦਲ ਕੁਛ ਕਰ ਨਹੀਂ ਰਿਹਾ, ਸੋ ਉਹ ਸਾਰਾ ਕੁਛ ਜਿਹੜਾ ਆ ਵੀ ਸਾਨੂੰ ਮੁੱਢ ਤੋਂ ਸੋਚਣਾ ਪੈਣਾ ਆ ਵੀ ਜਿਹੜਾ ਸਿਸਟਮ ਹੈਗਾ ਵੀ ਇਹ ਕੰਮ ਨਹੀਂ ਕਰ ਰਿਹਾ, ਕਮਿਊਨਿਟੀ ਦਾ ਸਾਡੀ ਆਪਣੀ ਦਾ ਜਿਹੜਾ ਅੰਦਰਲਾ ਸਿਸਟਮ ਆ ਉਹ ਕੰਮ ਨਹੀਂ ਕਰ ਰਿਹਾ ਇਸ ਵੇਲੇ, ਉਹ ਟੋਟਲੀ ਉਹਨਾਂ ਨੇ ਤਹਿਸ ਨਹਿਸ ਕਰ ਦਿੱਤਾ। ਹੁਣ ਉਹਨੂੰ ਮੁੱਢ ਤੋਂ ਰੀਬਿਲਡ ਕਰਨਾ ਜਿਹੜਾ ਆ ਵੀ ਉਹ ਸਾਡੀ ਡਿਊਟੀ ਇਸ ਵੇਲੇ ਮੇਨ ਫੋਕਸ ਹੋਣਾ ਚਾਹੀਦਾ। ਬਾਕੀ ਜੋ ਨਿਰੰਕਾਰੀ ਕਰੀ ਜਾਂਦੇ ਆ, ਸੌਦਾ ਸਾਧ ਕਰੀ ਜਾਂਦਾ ਆ, ਢੱਡਰੀਆਂ ਵਾਲਾ ਕਰੀ ਜਾਂਦਾ, ਖੱਪ ਗ੍ਰੇਡ ਕਰੀ ਜਾਂਦੇ ਆ, ਇਹ ਠੀਕ ਆ ਵੀ ਖਤਰਾ ਇਹਨਾਂ ਤੋਂ ਹੈਗਾ, ਪਰ ਇਹ ਮੇਨ ਫੋਕਸ ਨਹੀਂ ਹੋਣਾ ਚਾਹੀਦਾ। ਮੇਨ ਫੋਕਸ ਜਿਹੜਾ ਆ ਉਹ ਇਸ ਚੀਜ਼ ਦੇ ਉੱਤੇ ਹੋਵੇ ਵੀ ਸਾਡੀ ਕਮਿਊਨਿਟੀ ਦੇ ਅੰਦਰਲੇ ਜਿਹੜੇ ਸਿਸਟਮ ਆ ਵੀ ਉਹ ਦੁਬਾਰ ਤੋਂ ਤਾਕਤਵਰ ਬਣਾ ਕੇ ਉਹਨਾਂ ਨੂੰ ਸਟਰੋਂਗ ਬਣਾਈਏ, ਵੀ ਤਾਂ ਕਿ ਵੀ ਉਹ ਇੱਕ ਜਨਰੇਸ਼ਨ ਦੀ ਜਿਹੜੀ ਨੌਲੇਜ ਆ ਉਹ ਅਗਲੀ ਜਨਰੇਸ਼ਨ ਤੱਕ ਪਾਸ ਔਨ ਹੋਈ ਚੱਲੇ, ਤੇ ਨੌਲੇਜ ਜਿਹੜੀ ਆ ਉਹ ਜਨਰੇਸ਼ਨ ਟੂ ਜਨਰੇਸ਼ਨ ਵੱਧਦੀ ਰਵੇ, ਨਾ ਕਿ ਹਰ ਜਨਰੇਸ਼ਨ ਨੂੰ ਜ਼ੀਰੋ ਤੋਂ ਸਾਰਾ ਕੰਮ ਜਿਹੜਾ ਆ ਵੀ ਉਹ ਕਰਨਾ। ਸਹੀ ਗੱਲ ਹੈ ਜੀ। ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਡਾ ਧਿਆਨ ਮੰਗਦੀਆਂ। ਨਹੀਂ ਬਿਲਕੁਲ ਭਾਜੀ, ਮੈਂ ਉਹੀ ਸੋਚਦਾ ਸੀਗਾ ਇਹਦੇ ਰਿਗਾਰਡਿੰਗ ਕਿ ਹੁਣ ਜੀ ਠੀਕ ਆ ਅਸੀਂ ਆਪਣੇ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਜਿਹੜਾ ਸਾਡਾ ਫੋਕਸ ਹੋਣਾ ਚਾਹੀਦਾ ਆ, ਜਿੱਦਾਂ ਨਾ ਹੁਣ ਮਤਲਬ ਜਦੋਂ ਤੁਸੀਂ ਡਾਕਟਰ ਦੀ ਪੜ੍ਹਾਈ ਕਰਦੇ ਆ ਜਾਂ ਹੋਰ ਕਿਸੇ ਮੈਡੀਕਲ ਪ੍ਰੋਫੈਸ਼ਨ ਦੀ ਪੜ੍ਹਾਈ ਕਰਦੇ ਆ, ਉਹ ਤੁਹਾਨੂੰ ਬਿਮਾਰੀਆਂ ਬਾਰੇ ਦੱਸਦੇ ਆ ਤੇ ਬਿਮਾਰੀਆਂ ਨਾਲ ਲੜਨਾ ਕਿੱਦਾਂ ਆ ਉਹਦੇ ਤੇ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਹੈ। ਇਹ ਨਹੀਂ ਕਿ ਤੁਹਾਨੂੰ ਬਿਮਾਰੀ ਬਾਰੇ ਦੱਸਤਾ ਤੇ ਤੁਸੀਂ ਉਹਦੇ ਨਾਲ ਲੜਨਾ ਕਿੱਦਾਂ ਹੈ ਜਾਂ ਉਹਦੇ ਰਿਗਾਰਡਿੰਗ ਇਮਿਊਨਿਟੀ ਕਿੱਦਾਂ ਕ੍ਰੀਏਟ ਕਰਨੀ ਹੈ। ਤੇ ਜਿੱਦਾਂ ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ ਕਿ ਜਿਹੜਾ ਸਾਡਾ ਫੋਕਸ ਆ ਉਹ ਆਉਣ ਵਾਲੀ ਜਨਰੇਸ਼ਨਾਂ
ਪ੍ਰਤੀ ਇਹ ਹੋਣਾ ਚਾਹੀਦਾ ਕਿ ਉਹਨਾਂ ਦੀ ਇਮਿਊਨਿਟੀ ਕਿੱਦਾਂ ਕ੍ਰੀਏਟ ਕਰਨੀ ਹੈ ਇਹਨਾਂ ਮੁੱਦਿਆਂ ਦੇ ਨਾਲ ਨਜਿੱਠਣ ਦੀ। ਠੀਕ ਹੈ, ਮੁੱਦੇ ਤਾਂ ਰਹਿਣੇ ਹੀ ਰਹਿਣੇ ਆ ਭਾਜੀ, ਉਹ ਤਾਂ ਕਦੇ ਵੀ ਖਤਮ ਨਹੀਂ ਹੋਣੇ, ਚਾਹੇ ਉਹ ਸਰਕਾਰਾਂ ਜਿੱਦਾਂ ਨਿਰੰਤਰ ਅੱਜ ਤੋਂ 100 ਸਾਲ ਪਹਿਲਾਂ ਵੀ ਲੱਗੀਆਂ ਹੋਈਆਂ ਸੀ, ਜਿੱਦਾਂ ਸਵਾਮੀ ਦਇਆਨੰਦ ਦੇ ਰੂਪ 'ਚ ਲੱਗੀਆਂ ਹੋਈਆਂ ਸੀਗੀਆਂ, ਅੱਜ ਇਹਦੇ ਨੇਕੀ ਦੇ ਰੂਪ 'ਚ ਜਾਂ ਢੱਡਰੀਆਂ ਵਾਲੇ ਦੇ ਰੂਪ 'ਚ ਲੱਗੀਆਂ ਹੋਈਆਂ ਆ, ਅੱਜ ਤੋਂ 100 ਸਾਲ ਬਾਅਦ ਕਿਸੇ ਹੋਰ ਰੂਪ 'ਚ ਲੱਗੀਆਂ ਹੋਣਗੀਆਂ। ਤੇ ਉਹ ਇੱਕ ਇਮਿਊਨਿਟੀ ਜੇ ਕ੍ਰੀਏਟ ਹੋ ਜੇ, ਹੁਣ ਜਿਹੜਾ ਜਿੱਦਾਂ ਵਾਇਰਸ ਆ, ਹੁਣ ਕੋਵਿਡ ਦਾ ਵਾਇਰਸ ਆ, ਜਿਹੜਾ ਬੰਦਿਆਂ ਦੀ ਇਮਿਊਨਿਟੀ ਕ੍ਰੀਏਟ ਹੋ ਚੁੱਕੀ ਹੈ ਜਾਂ ਜਿਨ੍ਹਾਂ ਨੂੰ ਵੈਕਸੀਨੇਸ਼ਨ ਦਾ ਟੀਕਾ ਲੱਗ ਗਿਆ, ਉਹ ਵਾਇਰਸ ਹਵਾ 'ਚ ਵੀ ਘੁੰਮਦਾ ਰਹੇ, ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਹੈਗਾ। ਇੱਦਾਂ ਹੀ ਹੋਵੇ ਸਾਡੀ ਕਮਿਊਨਿਟੀ ਦੇ ਵਿੱਚ ਕੋਈ ਸਿਸਟਮ ਬਿਲਡ ਹੋਣ ਜਿਹਦੇ ਨਾਲ ਉਹ ਬੱਚੇ ਮੈਂਟਲੀ ਤੌਰ 'ਤੇ ਇੰਨੇ ਸਟਰੋਂਗ ਹੋਣ, ਦਿਮਾਗੀ ਤੌਰ 'ਤੇ ਇੰਨੇ ਸਟਰੋਂਗ ਹੋਣ ਕਿ ਉਹਨਾਂ ਨੂੰ ਇਹਨਾਂ ਮੁੱਦਿਆਂ ਦੇ ਬਾਰੇ ਪਤਾ ਹੋਵੇ ਜ਼ਰੂਰ, ਲੇਕਿਨ ਉਹਨਾਂ ਮੁੱਦਿਆਂ ਦੇ ਨਾਲ ਉਹਨਾਂ ਨੂੰ ਕੋਈ ਫਰਕ ਨਾ ਪਵੇ ਜਾਂ ਉਹਨਾਂ ਦੀ ਗਾਹਾਂ ਆਉਣ ਵਾਲੀ ਜਨਰੇਸ਼ਨਾਂ ਨੂੰ ਕੋਈ ਫਰਕ ਨਾ ਪਵੇ। ਯਾਨੀ ਕਹਿਣ ਦਾ ਭਾਵ ਇਹ ਹੈ ਕਿ ਇੱਦਾਂ ਦੇ ਸਿਸਟਮ ਜ਼ਰੂਰ ਘੜੇ ਜਾਣੇ ਚਾਹੀਦੇ ਆ ਸਾਡੀ ਕੌਮ ਦੇ ਅੰਦਰ। ਇਹਨੇ ਬਹੁਤ ਵਧੀਆ ਧਾਰਨਾ ਤੁਹਾਡੀ ਡਾਕਟਰ ਵਾਲੀ, ਔਰ ਉਹਦੇ ਵਿੱਚ ਹੀ ਜੇ ਮੈਂ ਥੋੜਾ ਜਿਹਾ ਐਡ ਕਰਾਂ ਵੀ ਜਦੋਂ ਮੰਨ ਲਓ ਵੀ ਇੱਕ ਡਾਕਟਰ ਜਿਹੜਾ ਵੀ ਜਿਹਨੇ 50 ਸਾਲ ਪਹਿਲਾਂ ਡਾਕਟਰੀ ਕੀਤੀ ਜੀ, ਤੇ ਇੱਕ ਡਾਕਟਰ ਜਿਹੜਾ ਅੱਜ ਡਾਕਟਰੀ ਕਰ ਰਿਹਾ, ਬਿਲਕੁਲ ਉਹ ਜਿਹੜੀਆਂ 50 ਸਾਲ ਪਹਿਲਾਂ ਟੈਕਨੀਕ ਸੀਗੀਆਂ ਉਹਨੇ ਉਹ ਪੜ੍ਹੀਆਂ, ਬਿਲਕੁਲ, ਪਰ ਉਹ ਆਪਣੇ ਆਪ ਨੂੰ ਨਾਲੋਂ ਨਾਲ ਵੀ ਅਪਡੇਟ ਵੀ ਕਰਦਾ ਰਿਹਾ ਵੀ ਜਿੱਦਾਂ ਜਿੱਦਾਂ ਨਵੀਆਂ ਟੈਕਨੀਕਸ ਆਉਂਦੀਆਂ ਰਹੀਆਂ। ਬਿਲਕੁਲ, ਤੇ ਪਰ ਜਿਹੜਾ ਅੱਜ ਪੜ੍ਹ ਰਿਹਾ ਆ ਡਾਕਟਰ, ਉਹ ਨਵੀਆਂ ਟੈਕਨੀਕਸ ਹੀ ਪੜ੍ਹ ਰਿਹਾ, ਲੇਟੈਸਟ ਜਿਹੜੀਆਂ। ਸੋ ਉਹ ਇਹ ਨਹੀਂਗਾ ਵੀ ਉਹ ਜਿਹੜੀਆਂ 18ਵੀਂ ਸਦੀ ਦੀਆਂ ਜਾਂ 19ਵੀਂ ਸਦੀ ਦੀਆਂ ਉਹ ਪੜ੍ਹ ਕੇ ਤੇ ਫਿਰ ਉਹਨੇ ਅੱਜ ਦੀ ਤੱਕ ਪਹੁੰਚਣਾ। ਬਿਲਕੁਲ, ਉਹ ਜੋ ਲੇਟੈਸਟ ਆ ਉਹ ਪੜ੍ਹ ਰਿਹਾ, ਕਿਉਂਕਿ ਉਹਦੇ ਉੱਤੇ ਬਿਲਡ ਹੋਇਆ ਆ ਵੀ ਜਿਹੜਾ ਪਿਛਲੇ 50 ਸਾਲਾਂ 500 ਸਾਲਾਂ ਦਾ ਜਾਂ 1000 ਸਾਲ ਦਾ ਜਾਂ 2000 ਸਾਲ ਦਾ ਜਿਹੜਾ ਗਿਆਨ ਆ ਇਕੱਠਾ ਹੋਇਆ ਹੋਇਆ, ਉਹਦੇ ਉੱਤੇ ਜੋ ਇਸ ਵੇਲੇ ਹੈਗਾ ਆ ਲੋੜ ਜੇ ਇਸ ਚੀਜ਼ ਦੀ ਉਹਨੂੰ ਡਾਕਟਰੀ ਪ੍ਰੈਕਟਿਸ ਕਰਨ ਲਈ ਉਹਨੂੰ ਉਹ ਪੜ੍ਹਾਇਆ ਜਾਂਦਾ। ਤੇ ਬਾਕੀ ਜੇ ਉਹਦਾ ਇੰਟਰਸਟ ਹੋਵੇ ਹਿਸਟਰੀ ਦੇ ਵਿੱਚ ਵੀ ਡਿਵੈਲਪ ਕਿੱਦਾਂ ਹੋਇਆ ਸਾਰਾ ਕੁਝ, ਇਹ ਚੀਜ਼ਾਂ ਦਾ ਵਿਕਾਸ ਕਿੱਦਾਂ ਹੋਇਆ, ਉਹ ਪੜ੍ਹ ਸਕਦਾ ਬਾਅਦ ਵਿੱਚੋਂ। ਔਰ ਉਹੀ ਚੀਜ਼ ਸਾਨੂੰ ਚਾਹੀਦੀ ਆ ਵੀ ਜਿਹੜੀ ਅਸੀਂ ਨੌਲੇਜ ਇਸ ਵੇਲੇ ਲੋਕਾਂ ਤੱਕ ਪਹੁੰਚਾਈਏ, ਆਪਣਿਆਂ ਤੱਕ ਜਾਂ ਅਗਲੀਆਂ ਜਨਰੇਸ਼ਨਾਂ ਤੱਕ ਪਹੁੰਚਾਈਏ, ਉਹ ਹੋਵੇ ਵੀ ਜਿਹਨੇ ਉਹਨਾਂ ਨੂੰ ਉਸ ਨੌਲੇਜ ਨੇ ਉਹਨਾਂ ਲਈ ਇਹ ਸਹਾਈ ਕਰ ਦੇਣਾ ਭਈ ਜੇ ਕੋਈ ਘੁਸਪੈਠ ਕਰ ਰਿਹਾ, ਘੁਸਪੈਠੀਏ ਨੂੰ ਪਛਾਣਨਾ ਕਿੱਦਾਂ ਆ, ਉਹਦੇ ਜਿਹੜੇ ਟੀਚੇ ਉਹ ਕਿੱਦਾਂ ਪਛਾਣਨੇ ਆ, ਤੇ ਉਹਨਾਂ ਨੂੰ ਨਿਊਟਰਲਾਈਜ਼ ਕਿੱਦਾਂ ਕਰਨਾ, ਉਹਨਾਂ ਨੂੰ ਹਰਾਉਣਾ ਕਿੱਦਾਂ। ਤੇ ਉਹ ਤੋਂ ਬਾਅਦ ਫਿਰ ਜੇ ਉਹਨੂੰ ਲੱਗਦਾ ਆ ਵੀ ਇੱਥੇ ਕਿੱਦਾਂ ਪਹੁੰਚੇ ਅਸੀਂ, ਫਿਰ ਉਹ ਠੀਕ ਆ ਵੀ ਪੜ੍ਹ ਸਕਦਾ ਆ ਵੀ 47 'ਚ ਕੀ ਹੋਇਆ, 84 'ਚ ਕੀ ਹੋਇਆ, 47 'ਚ ਕੀ ਹੋਇਆ, ਉਸ ਤੋਂ ਪਹਿਲਾਂ 1849 'ਚ ਕੀ ਹੋਇਆ, ਤੇ 1845 'ਚ ਕੀ ਹੋਇਆ, ਫਿਰ ਉਹ ਮਿਸਲ ਦਾ ਪੀਰੀਅਡ ਜਿਹੜਾ ਉਹਦੇ ਵਿੱਚ ਕੀ ਹੋਇਆ। ਪਰ ਸ਼ੁਰੂ ਜਿਹੜਾ ਆ ਉਹ ਇਸ ਚੀਜ਼ ਤੋਂ ਹੋਣਾ ਚਾਹੀਦਾ ਵੀ ਅੱਜ ਕਿਸ ਚੀਜ਼ ਦੀ ਲੋੜ ਹੈ, ਅੱਜ ਕਿਹੜਾ ਗਿਆਨ ਜਿਹੜਾ ਵੀ ਉਹ ਚਾਹੀਦਾ ਹੈ। ਉਹ ਤੋਂ ਬਾਅਦ ਪਿੱਛੇ ਤੁਸੀਂ ਜਿੰਨਾ ਮਰਜ਼ੀ ਜਾਈ ਚਲੋ, ਤੁਸੀਂ ਗੁਰੂ ਨਾਨਕ ਸਾਹਿਬ ਤੱਕ ਜਾ ਸਕਦੇ, ਗੁਰੂ ਨਾਨਕ ਸਾਹਿਬ ਤੋਂ ਪਿੱਛੇ ਤੱਕ ਜਾ ਸਕਦੇ ਆ ਵੀ ਕਿਹੜੇ ਹਾਲਾਤ ਸੀਗੇ ਭਈ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਭਈ ਸਿੱਖ ਧਰਮ ਜਿਹੜਾ ਆ ਵੀ ਉਹ ਸ਼ੁਰੂ ਕਰਨ ਲਈ ਭਈ ਕਹਿ ਲਓ ਵੀ ਇਨਸਪਾਇਰ ਕੀਤਾ, ਵੀ ਉਹ ਇਹ ਸੋਚ ਜਿਹੜੀ ਆ ਵੀ ਗੁਰੂ ਪਾਤਸ਼ਾਹ ਨੇ ਵੀ ਕਿਉਂ ਇਹ ਰਾਹ ਜਿਹੜਾ ਚੁਣਿਆ, ਵੀ ਕੀ ਉਹਨਾਂ ਨੇ ਆਲੇ ਦੁਆਲੇ ਦੇਖਿਆ ਵੀ ਬਾਹਮਣ ਕੀ ਕਰਨ ਦੇ ਸੀ ਉਸ ਵੇਲੇ, ਜਾਂ ਜਿਹੜਾ ਦੂਸਰਾ ਹੈਗਾ ਆ ਵੀ ਸਿਸਟਮ ਜਿਹੜਾ ਆ ਉਹ ਕਿਵੇਂ ਵਿਕਟਮਾਈਜ਼ ਕਰ ਰਿਹਾ ਸੀ ਆਮ ਲੋਕਾਂ ਨੂੰ, ਜਾਂ ਜਿਹੜਾ ਉਹ ਦੂਸਰਾ ਹੈਗਾ ਆ ਵੀ ਤੈਂ ਕੀ ਦਰਦ ਨਾ ਆਇਆ ਵਾਲਾ ਸਾਰਾ ਜਿਹੜਾ ਸ਼ਬਦ ਆ ਵੀ ਬਾਬਰ ਜਦੋਂ ਹਮਲਾ ਕੀਤਾ ਉਹਨੇ ਸੈਦਪੁਰ ਦੇ ਉੱਤੇ, ਤੇ ਉਹ ਕਿਹੋ ਜਿਹਾ ਕਹਿਰ ਸੀਗਾ ਭਈ ਜਿਹਨੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਵੀ ਕਿਵੇਂ ਅਸਰ ਜਿਹੜਾ ਆ ਵੀ ਕਿਹੋ ਜਿਹਾ ਪਾਇਆ, ਵੀ ਜਿਹੜਾ ਵੀ ਉਹ ਗੁਰੂ ਪਾਤਸ਼ਾਹ ਨੇ ਉਹ ਰਾਹ ਜਿਹੜਾ ਆ ਉਹ ਲੀਕ ਦਿੱਤਾ ਵੀ ਜਿਹਨੇ ਜਾ ਕੇ ਫਿਰ 1699 ਦੇ ਵਿੱਚ ਖਾਲਸਾ ਜਿਹੜਾ ਆ ਵੀ ਉਹ ਸਿਰਜਿਆ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਅਸੀਂ ਬਿਲਕੁਲ ਹਰੇਕ ਸਮਝ ਸਕਦਾ ਜੀ, ਪਰ ਜਿਹੜੀ ਇਸ ਵੇਲੇ ਲੋੜ ਹੈਗੀ ਆ, ਜਿਹੜੀ ਪਹਿਲੀ ਲੋੜ ਆ ਜੀ, ਉਹ ਅੱਜ ਜੋ ਜਿਸ ਚੀਜ਼ ਦੀ ਲੋੜ ਆ ਸਾਨੂੰ ਕੌਮੀ ਪੱਧਰ ਦੇ ਉੱਤੇ ਉਹ ਆ। ਬਿਲਕੁਲ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਗਲਤੀ ਅਸੀਂ ਉੱਥੋਂ ਕਰ ਲੈਂਦੇ ਆ ਵੀ ਅਸੀਂ ਜਦੋਂ ਵੀ ਕਿਸੇ ਨੂੰ ਸਿੱਖੀ ਬਾਰੇ ਦੱਸਣਾ ਹੁੰਦਾ ਜੀ ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਕਰੀਦਾ ਜੀ, ਜਦ ਕਿ ਉਹ ਅਗਲੇ ਦੂਜੇ ਸਟੈਪ ਦੇ ਉੱਤੇ ਹੋਣਾ ਚਾਹੀਦਾ ਜੀ। ਪਹਿਲੇ ਸਟੈਪ ਦੇ ਉੱਤੇ ਤੇ ਅਸੀਂ ਇਹ ਦੱਸੀਏ ਵੀ ਅੱਜ ਕੀ ਆ ਜੀ, ਔਰ ਉਹ ਤੋਂ ਬਾਅਦ ਪਿੱਛੇ ਤੱਕ ਬੰਦਾ ਜਿੱਥੇ ਦਾ ਮਰਜ਼ੀ ਚਲੀ ਜਾਈ ਜਾਵੇ। ਸਹੀ ਗੱਲ ਹੈ ਜੀ, ਉਹ ਟਾਈਮ ਦੀ ਤੇ ਰਿਸੋਰਸਿਸ ਜਿਹੜੀ ਆ ਵੀ ਉਹਦੇ ਉੱਤੇ ਡਿਪੈਂਡ ਕਰਦਾ। ਬਿਲਕੁਲ, ਉਹ ਤਾਂ ਜਿੰਨਾ ਭਾਈ ਉਹ ਜਿੰਨਾ ਕੁ ਆਪਣਾ ਗਿਆਨ ਦਾ ਪੱਧਰ ਚੱਕੀ ਜਾਊਗਾ ਓਨਾ ਹੀ ਉਹ ਮੈਂਟਲੀ ਤੌਰ 'ਤੇ ਸਟਰੋਂਗ ਹੁੰਦਾ ਜਾਊਗਾ। ਕਿਉਂਕਿ ਮੈਂ ਤਾਂ ਚਲੋ ਇਹ ਮਤਲਬ ਵਿਸ਼ਾ ਤਾਂ ਵੈਸੇ ਆਪਣੇ ਆਪ ਦੇ ਵਿੱਚ ਇੱਕ ਮਤਲਬ ਕਾਫੀ ਸਮਾਂ ਮੰਗਦਾ ਆ। ਹੁਣ ਜਿਹੜਾ ਜੇ ਇਹਨੂੰ ਥੋੜ੍ਹਾ ਜਿਹਾ ਉੱਪਰੋਂ ਦੇਖਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਭਾਈ ਮੈਂ ਇੱਕ ਜਗ੍ਹਾ ਪੜ੍ਹਦਾ ਵੀ ਸੀਗਾ ਕਿ ਫਿਊਚਰ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਨਾ ਪੂਰੀ ਮਾਨਵਤਾ ਨੂੰ, ਪੂਰੀ ਹਿਊਮਨਿਟੀ ਨੂੰ, ਕਿ ਮਤਲਬ ਜਿਹੜਾ ਇਨਸਾਨ ਆ, ਹਿਊਮਨ ਬੀਇੰਗ ਆ, ਉਹਨੂੰ ਜਿਹੜਾ ਸਭ ਤੋਂ ਵੱਡਾ ਖਤਰਾ ਇੱਕ ਡਿਪਰੈਸ਼ਨ ਤੋਂ ਆ, ਜਿਹੜਾ ਮੈਂਟਲੀ ਤੌਰ 'ਤੇ ਜਿਹੜਾ ਬੰਦਾ ਅਪਸੈਟ ਹੋ ਜਾਣਾ ਇੰਨਾ ਜ਼ਿਆਦਾ। ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਪੂਰਾ ਆਪਣਾ ਆਲਾ ਦੁਆਲਾ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਦਾ ਦੇਖ ਲਓ ਅਤੇ ਅੱਜ ਤੁਸੀਂ ਦੇਖ ਲਓ ਕਿ ਕਿੰਨੀ ਖਿੱਚੋਤਾਣ ਸਮਾਜ ਦੇ ਵਿੱਚ ਨਿਰੰਤਰ ਵੱਧਦੀ ਜਾ ਰਹੀ ਲਗਾਤਾਰ। ਅਤੇ ਉਸੇ ਚੀਜ਼ ਦੇ ਵਿੱਚ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ
ਮਤਲਬ ਜੇ ਅਸੀਂ ਓਪਰੀ ਪੜ੍ਹੀਏ, ਜਿੱਦਾਂ ਹੁਣ ਰੱਟਾ ਲਾਇਆ ਜਾਂ ਕੁਝ ਕਰਿਆ, ਉਹਦੀ ਗੱਲ ਨਹੀਂ ਮੈਂ ਕਰਦਾ। ਜਦੋਂ ਤੁਸੀਂ ਸਮਝ ਕੇ ਡੀਪ ਇਨਸਾਈਡ ਜਾ ਕੇ ਗੁਰਬਾਣੀ ਨੂੰ ਪੜ੍ਹਦੇ ਆ, ਸਮਝ ਕੇ ਪੜ੍ਹਦੇ ਆ, ਤਾਂ ਤੁਹਾਨੂੰ ਇੱਕ ਜਿਹੜੀ ਠੰਡਕ ਮਿਲਦੀ ਹੈ ਨਾ, ਜਿਹੜਾ ਇੱਕ ਸਬਰ ਮਿਲਦਾ ਆ, ਉਹਦਾ ਮੁੱਲ ਤੁਹਾਨੂੰ ਕਿਤੇ ਨਹੀਂ ਮਿਲਣਾ ਹੈਗਾ। ਜਾਂ ਉਹ ਚੀਜ਼ ਤੁਹਾਨੂੰ ਕਿਤੋਂ ਮਤਲਬ ਜਿਹੜੇ ਉਹ ਸ਼ਬਦਾਂ ਨੇ ਤੁਹਾਡੇ ਦਿਮਾਗ ਤੇ ਜਾ ਕੇ ਇੱਕ ਢਾਲ ਬਣਾ ਲੈਣੀ ਹੈਗੀ ਆ ਕਿ ਕਿੱਦਾਂ ਤੁਸੀਂ ਸਮਾਜ ਦੇ ਖਿੱਚੋਤਾਣ ਤੋਂ ਬਚਣਾ ਆ, ਕਿੱਦਾਂ ਆਪਣੇ ਆਪ ਨੂੰ ਡਿਪਰੈਸ਼ਨ ਤੇ ਜਾਣ ਤੋਂ ਬਚਾਉਣਾ ਆ। ਉਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ। ਇਸ ਪੱਖੋਂ ਆਪਾਂ ਆਪਣੇ ਬੱਚਿਆਂ ਨੂੰ ਸਟਰੋਂਗ ਕਰੀਏ, ਕਿਉਂਕਿ ਮੈਨੂੰ ਇਹ ਗੱਲ ਤਾਂ ਥੋੜ੍ਹੀ ਜਿਹੀ ਕਲਿੱਕ ਕੀਤੀ, ਕਿਉਂਕਿ ਜਿਹੜਾ ਨਾ ਭਾਜੀ ਏਜੰਸੀਆਂ ਦਾ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਦਾ ਇੱਕ ਇਹ ਵੀ ਟੀਚਾ ਰਿਹਾ ਹੈ ਸ਼ੁਰੂ ਤੋਂ ਹੀ। ਜੇ ਸਿੱਖ ਬੱਚਿਆਂ ਦੀ ਗੱਲ ਕਰੀਏ, ਕਿਉਂਕਿ ਅਸੀਂ ਵੀ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿਕਟਿਮ ਰਹੇ ਹਾਂ, ਸ਼ਿਕਾਰ ਰਹੇ ਹਾਂ, ਕਿ ਉਹ ਤੁਹਾਡੇ ਵਿੱਚ ਆਪਣੇ ਧਰਮ ਪ੍ਰਤੀ ਐਡੀ ਹੀਨ ਭਾਵਨਾ ਭਰ ਦਿੰਦੇ ਹੈਗੇ, ਤੁਹਾਡਾ ਮਜ਼ਾਕ ਬਣਾ ਕੇ, ਤੁਹਾਡੇ ਜੂੜੇ ਦਾ ਮਜ਼ਾਕ ਬਣਾ ਕੇ, ਤੁਹਾਡੇ ਮਤਲਬ ਜੇ ਮੈਂ ਗੱਲ ਕਰਾਂ ਪਟਕੇ ਦਾ ਮਜ਼ਾਕ ਬਣਾ ਕੇ, ਤੁਹਾਡੇ ਬਾਣੇ ਦਾ ਮਜ਼ਾਕ ਬਣਾ ਕੇ। ਤਾਂ ਉਹ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਜਿੱਦਾਂ ਹੁਣ ਤੁਸੀਂ ਪਹਿਲਾਂ ਵੀ ਗੱਲ ਕਰਕੇ ਹਟੇ ਆ ਕਿ ਜਿਹੜਾ ਉਹ ਗਰੁੱਪ ਬਣਿਆ ਆ ਇੰਡੀਅਨਸ ਇਨ ਨਿਊਜ਼ੀਲੈਂਡ ਕਰਕੇ, ਉਹ ਕਿੱਦਾਂ ਸਿੱਖਾਂ ਤੇ ਮੁਸਲਮਾਨਾਂ ਪ੍ਰਤੀ ਇੱਥੇ ਦੇ ਲੋਕਾਂ ਦੇ ਵਿੱਚ ਨਫ਼ਰਤ ਭਰ ਰਿਹਾ ਆ। ਉਹਦਾ ਪਰਪਸ ਕੀ ਹੈਗਾ ਆ? ਮਤਲਬ ਮੈਨੂੰ ਇੱਥੇ ਤੱਕ ਜਿੱਥੇ ਤੱਕ ਸਮਝ ਆਉਂਦੀ ਹੈ ਕਿ ਜਿੱਦਾਂ ਉਹ ਜਿਹੜਾ ਨਫ਼ਰਤ ਦਾ ਬੀਜ ਵੱਧਣਾ ਆ, ਉਹਨੇ ਪੁੰਗਰਨਾ ਆ। ਹੁਣ ਉਹ ਜਦੋਂ ਨਫ਼ਰਤ ਦਾ ਸੇਕ ਸਾਡੇ ਬੱਚਿਆਂ ਨੂੰ ਲੱਗਣਾ ਆ, ਤੇ ਉਹਨਾਂ ਨੇ ਸਿੱਖੀ ਤੋਂ ਦੂਰ ਹੁੰਦੇ ਜਾਣਾ ਹੈ। ਬਿਲਕੁਲ। ਜੇ ਉਹ ਮੈਂਟਲੀ ਤੌਰ ਤੇ ਸਟਰੋਂਗ ਹੋਏ ਤਾਂ ਉਹਨੂੰ ਕਾਊਂਟਰ ਕਰ ਲੈਣਗੇ। ਜੇ ਨਹੀਂ ਹੋਏ, ਜੇ ਵੀਕ ਹੋਏ, ਕਮਜ਼ੋਰ ਹੋਏ, ਮਾਨਸਿਕ ਤੌਰ ਤੇ ਨਾ ਉਹਨਾਂ ਨੂੰ ਉਸ ਨਫ਼ਰਤ ਦੇ ਸੇਕ ਨੂੰ ਝੇਲ ਸਕੇ, ਤਾਂ ਉਹਨਾਂ ਨੇ ਸਿੱਖੀ ਨੂੰ ਤਿਆਗ ਕੇ ਆਪਣੇ ਆਪ ਨੂੰ ਸਿੱਖੀ ਤੋਂ ਪਰੇ ਲੈ ਜਾਣਾ। ਕਿਉਂਕਿ ਜਿਸ ਹਿਸਾਬ ਨਾਲ ਉਹ ਇਮੇਜ ਬਣਾ ਰਹੇ ਆ ਸਿੱਖਾਂ ਦੀ, ਤਾਂ ਉਹ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਵਰਕਆਊਟ ਕਰਨ ਦੀ ਲੋੜ ਆ, ਕੰਮ ਕਰਨ ਦੀ ਲੋੜ ਆ, ਕਿੱਦਾਂ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨਾ ਹੈ। ਬਿਲਕੁਲ। ਔਰ ਜਿਹੜੀ ਆਪਾਂ ਗੱਲ ਕੀਤੀ ਆ ਵੀ ਪ੍ਰਪੇਅਰ ਕਿੱਦਾਂ ਕਰਨਾ, ਉਹਦਾ ਪਹਿਲਾ ਸਟੈਪ ਹੀ ਇਹ ਆ ਵੀ ਗੁਰਬਾਣੀ ਜਿਹੜੀ ਆ, ਬਿਲਕੁਲ ਭਈ ਉਹਨੂੰ ਇੱਕ ਸਿਸਟਮੈਟਿਕਲੀ ਅਸੀਂ ਆਪ ਤੇ ਖੈਰ ਪੜ੍ਹੀਏ, ਬਿਲਕੁਲ, ਪਰ ਜਿਹੜਾ ਬੱਚਿਆਂ ਨੂੰ ਉੱਦਾਂ ਹੀ ਪੜ੍ਹਾਈਏ ਵੀ ਜਿੱਦਾਂ ਉਹ ਆਮ ਹੋਰ ਜਿਹੜੀ ਪੜ੍ਹਾਈ ਆ ਵੀ ਉਹ ਕਰਦੇ ਪਏ ਆ, ਸਕੂਲੀ ਪੜ੍ਹਾਈ ਤੇ ਹੋਰ, ਵੀ ਤਾਂ ਕਿ ਵੀ ਜਿੱਦਾਂ ਹੁਣ ਵੀ ਸਕੂਲ ਜਦੋਂ ਖਤਮ ਹੋ ਜਾਂਦਾ ਉਹਨਾਂ ਦਾ ਵੀ 12ਵੀਂ ਕਰ ਲਈ ਵੀ ਉਦੋਂ ਤੱਕ ਪਤਾ ਹੁੰਦਾ ਵੀ ਹਾਂ ਵੀ ਠੀਕ ਆ ਵੀ ਆਹ ਲੈਵਲ ਹੈਗਾ, ਵੀ ਕੀ ਨਿਆਣੇ ਨੇ ਆਹ ਲੈਵਲ ਅਚੀਵ ਕਰ ਲਿਆ। ਜੇ ਕਰ ਲਿਆ ਤੇ ਉਹ ਕਹਿੰਦੇ ਵੀ ਹਾਂ ਵੀ ਤੂੰ ਅੱਗੇ ਪੜ੍ਹ ਸਕਦਾ ਹੈ, ਜੇ ਨਹੀਂ ਤੇ ਉਹ ਕਹਿੰਦੇ ਆ ਵੀ ਇਹ ਵੀ ਨਹੀਂ ਵੀ ਤੇਰੇ ਤੋਂ ਅਚੀਵ ਨਹੀਂ ਹੋਇਆ, ਇਸ ਕਰਕੇ ਸਕੂਲ ਪਾਸ ਆਊਟ ਹੈ ਨਹੀਂ ਤੂੰ, ਵੀ ਆਹ ਸਾਲ ਜਿਹੜਾ ਵੀ ਇਹ ਦੁਬਾਰਾ ਕਰ। ਔਰ ਉਹੋ ਜਿਹੇ ਸਿਸਟਮ ਜਿਹੜੇ ਆ ਵੀ ਸਾਡੇ ਗੁਰਬਾਣੀ ਪ੍ਰਤੀ ਜਿਹੜੇ ਆ ਵੀ ਉਹ ਹੋਣੇ ਚਾਹੀਦੇ ਆ, ਵੀ ਜਿਹੜੇ ਵੀ ਅਸੀਂ ਨਹੀਂ ਕਹਿੰਦੇ ਵੀ ਐਗਜ਼ਾਮ ਤੇ ਹੋਰ ਉਹ ਤੇ ਕਹਿ ਲਓ ਵੀ ਜਿਹੜਾ ਸਿਸਟਮ ਇਹ ਲਾ ਰਹੇ ਆ ਤੇ ਉਹ ਬਹੁਤ ਕਹਿ ਲਓ ਵੀ ਰੈਸਟ੍ਰਿਕਟਿਵ ਆ। ਪਰ ਜਿਹੜਾ ਸਿਸਟਮ ਕਹਿ ਲਓ ਵੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ 'ਚ ਵਰਤਿਆ ਜਾਂਦਾ ਹੈ, ਜਿਹਨੇ ਸਾਡੀਆਂ ਦਾਦੀਆਂ ਨਾਨੀਆਂ ਨੂੰ ਵੀ ਇਹ ਕਹਿ ਲਓ ਵੀ ਵਿਜ਼ਡਮ ਦਿੱਤਾ ਸੀਗਾ, ਵੀ ਜਿਹਦੇ ਕਰਕੇ ਅਜੇ ਵੀ ਅਸੀਂ ਹਰੇਕ ਜਿਹੜਾ ਨਿਆਣਾ ਆ ਵੀ ਉਹ ਚੇਤੇ ਕਰਦਾ ਹੁੰਦਾ ਵੀ ਹੈ ਵੀ ਖੈਰ ਅਗਲੀਆਂ ਜਨਰੇਸ਼ਨ ਦਾ ਪਤਾ ਨਹੀਂ, ਵੀ ਸਾਡੀ ਜਨਰੇਸ਼ਨ ਤੱਕ ਤੇ ਐਟਲੀਸਟ ਸੀਗਾ ਵੀ ਦਾਦੀ ਮੇਰੀ ਨੇ ਆਹ ਕਹਾਣੀ ਸੁਣਾਈ ਸੀ ਤੇ ਜਾਂ ਨਾਨੀ ਮੇਰੀ ਨੇ ਸਾਖੀ ਸੁਣਾਈ ਸੀ। ਜੀ ਬਿਲਕੁਲ। ਉਹ ਚੀਜ਼ਾਂ ਜਿਹੜੀਆਂ ਵੀ ਉੱਥੋਂ ਉਹਨਾਂ ਦੀ ਜਿਹੜੀ ਵਿਜ਼ਡਮ ਸੀਗਾ ਵੀ ਉਹਦਾ ਪਤਾ ਲੱਗ ਜਾਂਦਾ ਸੀ। ਪਰ ਜਿਹੜਾ ਹੈਗਾ ਆ ਵੀ ਉਹ ਸਿਸਟਮ ਰੀਡਿਸਕਵਰ ਕਰਨਾ ਤੇ ਉਹਦੇ ਰਾਹੀਂ ਹਰੇਕ ਸਿੱਖ ਨਿਆਣੇ ਨੂੰ ਗੁਰਬਾਣੀ ਦੇ ਨਾਲ ਜੋੜਨਾ, ਉਹ ਤੋਂ ਬਾਅਦ ਫਿਰ ਵੀ ਉਹ ਪਿੱਛੇ ਇਤਿਹਾਸ ਕਿੱਥੇ ਤੱਕ ਜਾ ਕੇ ਪੜ੍ਹਦਾ ਆ ਤੇ ਜਾਂ ਹੋਰ ਜਿਹੜੇ ਪੱਖ ਨੇ ਸਿੱਖ ਕੌਮ ਦੇ ਇਤਿਹਾਸ ਦੇ, ਉਹਨਾਂ ਨੂੰ ਕਿੱਥੇ ਤੱਕ ਲੈ ਕੇ ਜਾਂਦਾ, ਉਹ ਹਰੇਕ ਨਿਆਣੇ ਦਾ ਆਪਣਾ ਫੈਸਲਾ ਹੈ। ਨਹੀਂ ਸਹੀ ਗੱਲ ਨਹੀਂ ਭਾਈ, ਤਦੀ ਮੈਂ ਮਤਲਬ ਇਸ ਗੱਲ ਤੇ ਥੋੜਾ ਜ਼ਿਆਦਾ ਜ਼ੋਰ ਤਾਂ ਦੇ ਰਿਹਾ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਜੇ ਪਾਸਾ ਆਪਾਂ ਸੁਧਾਰ ਲਈਏ ਨਾ, ਆਪਣੀ ਕੌਮ ਦਾ ਜਿਹੜਾ ਮਾਨਸਿਕ ਵਿਕਾਸ ਆ, ਇੰਨੇ ਮੈਂਟਲੀ ਤੌਰ ਤੇ ਸਟਰੋਂਗ ਹੋ ਜਾਈਏ ਕਿ ਸਾਨੂੰ ਉਹਨਾਂ ਚੀਜ਼ਾਂ ਨੂੰ ਡੀਲ ਕਰਨਾ ਆ ਜੇ ਤਰੀਕੇ ਦੇ ਨਾਲ। ਕਿਉਂਕਿ ਉਹ ਮੈਂ ਇੱਕ ਤੁਸੀਂ ਵੀ ਸੁਣਿਆ ਹੀ ਹੋਣਾ, ਉਹਦੇ WhatsApp ਤੇ ਘੁੰਮਦਾ ਫਿਰਦਾ ਸੀਗਾ, ਉਹ ਕੋਈ ਸਿੰਘ ਸਾਹਿਬ ਸੀਗੇ ਤਾਂ ਆਪਣਾ ਸਪੀਚ ਦੇ ਰਹੇ ਸੀਗੇ, ਉਹ ਕੈਲੀਫੋਰਨੀਆ ਯੂਨੀਵਰਸਿਟੀ ਪੜ੍ਹਾਉਣਗੇ, ਆਕਸਫੋਰਡ ਯੂਨੀਵਰਸਿਟੀ ਪੜ੍ਹਾਉਣਗੇ, ਡਾਕਟਰ ਵਰਿੰਦਰਪਾਲ ਸਿੰਘ ਆ। ਅੱਛਾ ਜੀ, ਬੜਾ ਵਧੀਆ ਬੰਦਾ, ਉਹ PAU ਦੇ ਵਿੱਚ ਸੋਇਲ ਸਾਇੰਟਿਸਟ ਆ। ਤਾਂ ਬਿਲਕੁਲ ਜਿਹੜਾ ਨੁਕਤਾ ਉਹਨਾਂ ਨੇ ਦੱਸਿਆ ਆ, ਮਤਲਬ ਸਾਨੂੰ ਸਾਰਿਆਂ ਨੂੰ ਵਿਚਾਰਨਾ ਚਾਹੀਦਾ ਆ ਕਿ ਕਿੱਥੇ ਸੀ ਅਸੀਂ ਤੇ ਕਿੱਥੇ ਆ ਗਏ ਹੈਗੇ। ਇਹ ਚੇਤੇ ਹੋਵੇ ਤੁਹਾਨੂੰ ਵੀ ਜਦੋਂ ਮੈਂ ਉੱਤੇ ਫੇਸਬੁੱਕ ਤੇ ਉੱਤੇ ਪੋਸਟਾਂ ਪਾਉਂਦਾ ਸੀ ਤੇ ਜਿਹੜਾ GW ਲਾਈਟਨਰ ਆ ਵੀ ਇਹਦੇ ਬਾਰੇ ਮੈਂ ਲਿਖਿਆ ਹੈਗਾ ਉੱਥੇ ਜੀ, ਵੀ ਇਹ ਡਾਟਾ ਦਿੰਦਾ ਆ ਵੀ ਜਿਹੜਾ ਉਹ ਕਹਿੰਦਾ ਆ ਵੀ ਇਹ ਜਿਹੜੀਆਂ ਅੰਗਰੇਜ਼ ਸਰਕਾਰ ਆ ਵੀ ਉਹ ਨਵੇਂ ਕਾਲਜ ਸਕੂਲ ਖੋਲ੍ਹਣ ਲਈ ਕਹਿ ਰਹੀ ਆ ਪੰਜਾਬ ਦੇ ਵਿੱਚ, ਤੇ ਕਹਿੰਦੀ ਆ ਵੀ ਇਹ ਵੀ ਪੰਜਾਬ ਜਿਹੜਾ ਆ ਵੀ ਉਹ ਅਨਪੜ੍ਹ ਆ, ਅਨਪੜ੍ਹਤਾ ਬਹੁਤ ਆ। ਤੇ ਹੋਰ ਉਹ ਕਹਿੰਦਾ ਵੀ 2 ਜਨਰੇਸ਼ਨਾਂ ਪਹਿਲਾਂ ਤੱਕ ਉੱਥੇ ਜਿਹੜੀ ਲਿਟਰੇਸੀ ਸੀਗੀ, ਐਜੂਕੇਸ਼ਨ ਸੀਗੀ 98-99% ਸੀ। ਤੇ ਜੇ ਕਹਿੰਦਾ ਵੀ ਜੇ ਖਤਮ ਹੋਈ ਆ, ਇਹ 1882 ਦੀ ਕਿਤਾਬ ਆ ਉਹਦੀ, ਵੀ ਜੇ ਉਹ ਕਹਿੰਦਾ ਖਤਮ ਹੋਈ ਆ ਤੇ ਉਹ ਸਾਡਾ ਕਸੂਰ ਆ, ਅਸੀਂ ਕੀਤੀ ਆ।
ਤੇ ਉਹ ਕਹਿੰਦਾ ਵੀ 2 ਜਨਰੇਸ਼ਨਾਂ ਦੇ ਵਿੱਚ ਅਸੀਂ ਪੱਠਾ ਉਠਾਤਾ ਇਸ ਜਗ੍ਹਾ ਦਾ ਹੀ ਨਾ, ਤੇ ਹੁਣ ਅਸੀਂ ਪੱਠਾ ਉਠਾ ਕੇ ਕਹਿਣਦੇ ਆ ਵੀ ਅਸੀਂ ਹੁਣ ਇਹਨੂੰ ਉੱਪਰ ਨੂੰ ਚੱਕਣਾ ਆ। ਤੇ ਖੈਰ ਮਤਲਬ ਵੀ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਵੀ ਉਹ ਨੌਲੇਜ ਦਾ, ਗਿਆਨ ਦਾ ਹਿੱਸਾ ਨੇ, ਵੀ ਜਦੋਂ ਪਤਾ ਲੱਗਦਾ ਆ ਸਾਨੂੰ ਤੇ ਫਿਰ ਸਾਨੂੰ ਇਹ ਵੀ ਸਮਝ ਲੱਗ ਜਾਂਦੀ ਵੀ ਇਹ ਬਿਮਾਰੀ ਦਾ ਇਲਾਜ ਕੀ ਹੈ, ਜੜ ਕੀ ਹੈ ਤੇ ਇਲਾਜ ਕੀ ਹੈ। ਬਿਲਕੁਲ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਬਿਲਕੁਲ ਸਮਝਣਾ ਚਾਹੀਦਾ। ਤੇ ਮੈਂ ਹਾਲ ਆਪਾਂ ਆਹ ਜਿਹੜਾ ਚੈਪਟਰ ਹੈਗਾ ਵੀ ਇਹਦੇ ਆ ਪੈਰੇ ਪੜ੍ਹ ਕੇ 3 ਜੀ ਵੀ ਇਹ ਖ਼ਤਮ ਕਰੀਏ। 4 ਪੈਰੇ ਨੇ ਜੀ। ਉਹ ਕਹਿੰਦੇ ਵੀ ਚੌਹਾਨ's predictions were accepted without question by his supporters in Toronto ਜੀ। He was believed to hold a mystical power of prophecy. जी. His friends would recall stories of his ability to look into a patient's eyes at his clinic in Punjab and make an immediate and invariably correct diagnosis of the illness. ਠੀਕ ਹੈ ਜੀ। ਮਤਲਬ ਹੁਣ ਗੱਲ ਕੀ ਵੀ ਜਿੱਦਾਂ ਡੇਰੇਦਾਰਾਂ ਦੀ ਕਹਾਣੀਆਂ ਜਿਹੜੀਆਂ ਆ ਵੀ ਉਹ ਡੇਰੇਦਾਰਾਂ ਦੇ ਜਿਹੜੇ ਚਾਪਲੂਸ ਹੁੰਦੇ ਆ, ਵੀ ਜਿੱਦਾਂ ਢੱਡਰੀਆਂ ਵਾਲੇ ਦੇ ਚਾਪਲੂਸ ਆ ਤੇ ਹੋਰ ਜਿੱਦਾਂ ਉਹ ਬਣਾਉਂਦੇ ਆ, ਉਹੀ ਪੈਟਰਨ ਜਿਹੜਾ ਆ ਪਹਿਲਾਂ ਉਹਨਾਂ ਨੇ ਇੱਦਾਂ ਟੈਸਟ ਕੀਤਾ। ਸੋ ਉਹ ਕਹਿੰਦੇ ਵੀ ਇਹ ਵੀ ਚੌਹਾਨ attributed his diagnostic skills to childhood experiences when he had worked with his father, also a medical doctor. He joked that he knew all about medicine before he entered medical school. Chauhan was not about to challenge the legends created by his followers. ਜਾਨੀ ਕਿ ਭਈ ਜਦੋਂ ਕੋਈ ਕਵੇ ਭਈ ਤੁਹਾਡੇ ਵਿੱਚ ਵੀ ਉਹ ਜੀ ਮੈਂ ਤੇ ਉਹ ਦੇਖਿਆ ਇੱਦਾਂ ਵੀ ਉਹਦੇ ਵਿੱਚ ਆਹ ਤਾਕਤ ਆ, ਉਹ ਤੇ ਇੱਦਾਂ ਕਰ ਦਿੰਦਾ, ਪ੍ਰੋਟੈਕਟ ਕਰ ਦਿੰਦਾ ਤੇ ਐਂ ਕਰ ਦਿੰਦਾ, ਤੇ ਜਿਹਦੇ ਬਾਰੇ ਕਿਹਾ ਜਾ ਰਿਹਾ ਉਹਨੂੰ ਕੀ ਤਕਲੀਫ ਆ ਵੀ ਉਹ ਕਹੂਗਾ ਵੀ ਇਹ ਨਾ ਨਾ ਇੱਦਾਂ ਦੀ ਗੱਲ ਨਹੀਂ ਗੀ, ਮੈਂ ਤੇ ਅੰਦਾਜ਼ਾ ਜਿਹਾ ਲਾਇਆ ਹੈਗਾ। ਵੀ ਜਦੋਂ ਲੱਗ ਗਿਆ ਤੇ ਸਾਰੇ ਕਹਿਣ ਲੱਗ ਪਏ ਬੜਾ ਤੀਰ ਮਾਰਿਆ ਨਿਸ਼ਾਨੇ ਤੇ ਜਦੋਂ ਅਖੇ ਨਹੀਂ ਲੱਗਿਆ ਤੇ ਕੋਈ ਕਹਿੰਦਾ ਨਹੀਂ ਵੀ ਤੁੱਕਾ ਤੁੱਕਾ ਤੁੱਕਾ। ਬਿਲਕੁਲ। ਉਹਨਾਂ ਕੀ ਫਰਕ ਆ। ਤੇ he allowed them to believe what they wished about him. ਔਰ ਹਾਂ ਜਿਹੜਾ ਨੇਕੀ ਵਾਲਾ ਮਾਮਲਾ ਸਾਰਾ ਸਹੀ ਗੱਲ ਹੈ, ਬਿਲਕੁਲ ਉਹੀ ਆ ਵੀ ਜਿਹੜੇ ਉਰੇ ਨਿਊਜ਼ੀਲੈਂਡ ਵਾਲੇ ਆ ਉਹ ਚੰਗਾ ਇਹਦੀ ਰਗ ਰਗ ਤੋਂ ਵਾਕਿਫ ਆ, ਪਰ ਜਿਹੜੇ ਬਾਹਰ ਵਾਲੇ ਆ ਉਹ ਜਿੱਦਾਂ ਉਹਨਾਂ ਨੂੰ ਜੋ ਬਲੀਵ ਕਰਾਉਣਾ ਚਾਹੁੰਦਾ ਉਹ ਕਰਾ ਦਿੰਦਾ ਵੀ ਵਾਹ ਜੀ ਇੱਦਾਂ ਤੇ ਇੱਦਾਂ। ਉਹ ਸਾਰਾ ਜਿਹੜਾ ਆ ਵੀ ਉਹ ਜਸੂਸੀ ਏਜੰਸੀਆਂ ਜਿਹੜੀਆਂ ਆ ਵੀ ਜਿਨ੍ਹਾਂ ਨੇ ਘੁਸਪੈਠ ਕਰਨੀ ਹੁੰਦੀ ਆ, ਜਿਨ੍ਹਾਂ ਨੇ ਤੁਹਾਨੂੰ ਮੂਰਖ ਬਣਾਉਣਾ ਆਉਂਦਾ ਆ, ਇਹ ਸਾਰੇ ਉਹਨਾਂ ਦੇ ਹੱਥ ਕੰਡੇ। ਔਰ ਇਹ ਜਿਹੜੇ ਹੱਥ ਠੋਕੇ ਆ ਉਹਨਾਂ ਦੇ, ਉਹ ਕਹਿ ਲਓ ਵੀ ਭਾਈ ਵੀ ਤੁਸੀਂ ਆਪ ਸਿਆਣੇ ਆ, ਸੋ ਇਸ ਕਰਕੇ ਵੀ ਆਪਣਾ ਜਿਹੜਾ ਆ ਵੀ ਆਲਾ ਦੁਆਲਾ ਉਹਨੂੰ ਪਛਾਣੋ। ਬਿਲਕੁਲ। ਤੇ ਉੱਥੇ ਦੇਖੋ ਵੀ ਕਿਹਦੀ ਗੱਲ ਦੇ ਉੱਤੇ ਤੁਸੀਂ ਯਕੀਨ ਕਰ ਰਹੇ ਆ ਤੇ ਕਿਉਂ ਕਰ ਰਹੇ ਆ। ਮਤਲਬ ਜੇ ਭਾਈ ਅਸੀਂ ਇੱਕ ਬੇਸਿਕ ਨੁਕਤਾ ਵੀ ਲੈ ਲਈਏ ਨਾ ਕਿ ਭਾਈ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਰਿਹਾ ਆ। ਮਤਲਬ ਇਹਨੂੰ ਹੁਣ ਹੈ ਤਾਂ ਚਲੋ ਇੱਕ ਬੜਾ ਵੱਡਾ ਵਿਸ਼ਾ ਸਮਝਣ ਵਾਲਾ, ਲੇਕਿਨ ਜੇ ਆਪਾਂ ਇਸ ਜਿੱਦਾਂ ਹੁਣ ਨੇਕੀ ਦੀਆਂ ਸਟੇਟਮੈਂਟਾਂ ਆ ਉਹ ਤੋਂ ਤੁਹਾਨੂੰ ਸਾਫ਼ ਸਮੈਲ ਆ ਜਾਂਦੀ ਹੈਗੀ ਆ, ਢੱਡਰੀਆਂ ਵਾਲੇ ਦੀ ਸਟੇਟਮੈਂਟ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਤੋਂ ਕਿੱਦਾਂ ਤੋੜ ਰਹੀ ਹੈ ਸਾਨੂੰ। ਤਾਂ ਇੰਨਾ ਕੁ ਤਾਂ ਆਪਾਂ ਸਮਝ ਸਕਦੇ, ਇੰਨਾ ਗਿਆਨ ਦਾ ਪੱਧਰ ਅਸੀਂ ਚੱਕ ਸਕਦੇ ਹਾਂ, ਤਾਂ ਉਹ ਤੋਂ ਵੀ ਕਲੀਅਰ ਹੋ ਜਾਂਦਾ ਹੈ ਕਿ ਭਾਈ ਇਹ ਬੰਦੇ ਕਿੱਧਰ ਨੂੰ ਲੈ ਕੇ ਚੱਲੇ ਹੈਗੇ ਆ। ਬਿਲਕੁਲ ਸਹੀ ਹੈ ਜੀ। ਫਿਰ ਉਹ ਕਹਿੰਦੇ ਵੀ but even Chauhan could not have foreseen how accurate a picture he was painting. The events of the next few years would leave in their trail violence and tragedy as the Sikhs moved from moderation to militancy. Chauhan, however, resisted the move towards militancy. Instead, he lobbied for the support of other governments and attempted but failed to gain observer status for Khalistan at the United Nations. His approach was in keeping with his belief that any problem could be resolved in the political arena. ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਇਹਦੀ ਸੀਗੀ ਵੀ ਖਾਲਿਸਤਾਨ ਮੂਵਮੈਂਟ ਨੂੰ ਵੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਬਜ਼ਰਵਰ ਸਟੇਟਸ ਮਿਲ ਜਾਵੇ ਜੀ, ਤੇ ਜਿਹੜੀ ਇਹਦੀ ਆ ਅੱਜ ਕੱਲ੍ਹ ਗੁਰਪਤਵੰਤ ਪੰਨੂ ਦੀ ਸਿੱਖਸ ਫॉर ਜਸਟਿਸ ਵਾਲੇ ਦੀ ਵੀ ਇਹੋ ਜਿਹੀ ਵੀ ਰੈਫਰੈਂਡਮ ਹੋ ਜਾਵੇ ਜੀ। ਇਹ ਦੋਵੇਂ ਚੀਜ਼ਾਂ ਜਿਹੜੀਆਂ ਆ ਵੀ ਏਜੰਸੀਆਂ ਦੀ ਜਿਹਨੂੰ ਕਹਿੰਦੇ ਨਾ ਵੀ ਪ੍ਰੀਐਂਪਟ ਕਰਨਾ, ਬਿਲਕੁਲ ਭਈ ਉਹਨਾਂ ਨੂੰ ਖਦਸ਼ਾ ਆ ਵੀ ਇਹ ਹੋਣਾ ਆ, ਸੋ ਉਹ ਰਾਹ ਬੰਦ ਕਰਨੇ ਲਈ ਆਪਣੇ ਬੰਦੇ ਤੋਂ ਹੀ ਉਹ ਕਰਵਾ ਕੇ ਤੇ ਡਿਨਾਈ ਕਰਾ ਦਿੰਦੇ ਆ। ਬਿਲਕੁਲ। ਤੇ ਉਹ ਤੋਂ ਬਾਅਦ ਜਦੋਂ ਕਿਸੇ ਹੋਰ ਨੇ ਆਉਣਾ ਆ ਉਹਦੇ ਲਈ ਜਿਹੜੀ ਬਾਰ ਆ ਉਹ ਉੱਚੀ ਹੋ ਗਈ ਹੁੰਦੀ ਆ ਵੀ ਭਾਈ ਵੀ ਪਹਿਲਾਂ ਡਿਨਾਈ ਹੋਇਆ ਆ ਵੀ ਇਸ ਕਰਕੇ ਮਿਹਨਤ ਕਿਤੇ ਜ਼ਿਆਦਾ ਕਰਨੀ ਪੈਂਦੀ। ਇਹ ਭਾਈ ਬਿਲਕੁਲ ਨਹੀਂ, ਆਪਾਂ ਸ਼ਾਇਦ ਪਿਛਲੇ ਪ੍ਰੋਗਰਾਮਾਂ 'ਚ ਵੀ ਇਹ ਗੱਲ ਕੀਤੀ ਹੈ, ਕਿਉਂਕਿ ਇਹ ਵੀ ਏਜੰਸੀਆਂ ਦਾ ਇੱਕ ਹਥਿਆਰ ਆ ਕਿ ਜਿਹੜੀ ਮੂਵਮੈਂਟ ਦਾ ਉਹਨਾਂ ਨੂੰ ਸੰਭਾਵਨਾ ਉਹਨਾਂ ਨੂੰ ਪਹਿਲਾਂ ਹੀ ਬਦਨਾਮ ਕਰ ਦੇਵੋ। ਹੁਣ ਇੱਦਾਂ ਹੀ ਹੈ, ਜੇ ਆਪਣੇ ਵਾਲਾ ਪਾਸਾ ਦੇਖੀਏ ਜਿਹੜੇ ਖੱਪ ਗ੍ਰੇਡਾਂ ਦਾ ਪਾਸਾ ਆ, ਹੁਣ ਕਈ ਵਿਸ਼ੇ ਤਾਂ ਐਸੇ ਸੀਗੇ ਜਿਨ੍ਹਾਂ ਨੂੰ ਬੜੇ ਤਰੀਕੇ ਨਾਲ ਸਾਨੂੰ ਟੈਕਲ ਕਰਨ ਦੀ ਲੋੜ ਸੀਗੀ ਤੇ ਉਹ ਜ਼ਰੂਰੀ ਵੀ ਸੀਗੇ ਟੈਕਲ ਹੋਣੇ ਕੌਮ ਦੇ ਵਿੱਚ, ਲੇਕਿਨ ਇਹਨਾਂ ਅਪਗ੍ਰੇਡਾਂ ਨੇ ਘਟੀਆ ਪੱਧਰ ਤੇ ਘਟੀਆ ਸ਼ਬਦਾਵਲੀ ਨਾਲ ਕਰਕੇ ਜੀ ਲਿਜਾ ਕੇ ਏਡਾ ਬੇੜਾ ਗਰਕ ਕਰ ਦਿੱਤਾ। ਯਾਨੀ ਕਿ ਹੁਣ ਜੇ ਤੁਸੀਂ ਉਹਨਾਂ ਵਿਸ਼ਿਆਂ ਬਾਰੇ ਗੱਲ ਕਰਨ ਦੀ
ਕੋਸ਼ਿਸ਼ ਵੀ ਕਰੋਗੇ ਤੁਹਾਨੂੰ ਕਹਿ ਦੇਣਾ ਕਿ ਇਹ ਤਾਂ ਭਾਈ ਉਹਨਾਂ ਲੜਾਈ ਪੈਣੀ ਹੈਗੀ ਆ। ਤਾਂ ਇਦਾਂ ਇਹ ਏਜੰਸੀਆਂ ਕੰਮ ਕਰਦੀਆਂ ਭਾਜੀ। ਸੋ ਅੱਗੇ ਉਹ ਕਹਿੰਦੇ ਨੇ ਵੀ ਕੈਨੇਡਾ ਈਵਨ ਦੈਨ ਵਾਜ਼ ਅ ਪ੍ਰਾਈਮ ਸੋਰਸ ਆਫ ਫੰਡਸ ਫॉर ਦ ਇੰਡੀਪੈਂਡੈਂਸ ਮੂਵਮੈਂਟ ਇਨ ਪੰਜਾਬ ਜੀ। By Canadian standards, the handful who were promoting a Khalistan were involved in legitimate dissent. जी. But for India, this dissent amounted to sedition. ਭਈ ਦੇਸ਼ ਧਰੋਹ ਜਿਹੜਾ ਆ ਵੀ ਉਹ ਸੀ ਇਹ ਜੀ ਇੰਡੀਆ ਲਈ। The only way India could disrupt support for the Khalistan movement in Canada was by disgracing the Sikhs in the mind of other Canadians, ਜਿਹੜੇ ਇੱਥੇ ਕਰ ਰਹੇ ਆ ਹੁਣ। ਬਿਲਕੁਲ ਹੁਣ ਜੋ ਕੁਝ ਉਹ ਕਰ ਰਹੇ ਆ ਇੱਥੇ, ਭਾਵੇਂ ਉਹ ਫਾਰਮਰਸ ਦੇ ਖਿਲਾਫ ਆ, ਭਾਵੇਂ ਇੱਥੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਨਿਊਜ਼ੀਲੈਂਡ ਦੇ ਵਿੱਚ, ਭਾਵੇਂ ਉਹਨਾਂ ਦੇ ਖਿਲਾਫ ਆ, ਬਿਲਕੁਲ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਉਹਨਾਂ ਨੂੰ ਪਤਾ ਆ ਵੀ ਜਿੰਨੀ ਦੇਰ ਤੱਕ ਓਪੋਨੈਂਟ ਦੀ ਕ੍ਰੈਡੀਬਿਲਿਟੀ ਹੈਗੀ ਆ ਉਨੀ ਦੇਰ ਤੱਕ ਉਹ ਕੁਝ ਨਹੀਂ ਕਹਿ ਸਕਦੇ। ਜਿੱਦਾਂ ਹੁਣ ਵੀ ਜੇ ਮੈਂ ਪਰਸਨਲੀ ਲਵਾਂ ਵੀ ਜਿੱਦਾਂ ਮੇਰੇ ਬਾਰੇ ਜਿਹੜੀਆਂ ਇਹ ਨੇਕੀ ਬਕਵਾਸ ਕਰਦਾ ਹੁੰਦਾ ਭਈ ਜੀ ਅਖੇ ਵੀ ਮੈਂ ਤੇ ਹੁਣ ਸੁਣਿਆ ਵੀ ਕਿਤੇ ਕਮੈਂਟਾਂ ਦੇ ਵਿੱਚ ਕਿਸੇ ਨੇ ਲਿਖਿਆ ਸੀ ਭਈ ਅਖੇ ਵੀ ਵਰਪਾਲ ਪੈਸੇ ਮੰਗਦਾ ਸੀ ਵੀ ਉਹ ਪੈਸੇ ਨਹੀਂ ਦਿੱਤੇ ਹਰਨੇਕ ਨੇ ਤੇ ਤਾਂ ਆਖੇ ਵੀ ਉਹ ਛੱਡ ਕੇ ਗਿਆ। ਅੱਛਾ ਜੀ। ਮੈਂ ਕਿਹਾ ਵੀ ਨਿਊਜ਼ੀਲੈਂਡ ਦੇ ਵਿੱਚ ਕੋਈ ਜਣਾ ਕਹਿ ਦੇਵੇ ਵੀ ਕਦੀ ਵੀ ਮੈਂ ਕਿਸੇ ਤੋਂ ਪੈਸੇ ਲਏ ਹੋਣ ਕੋਈ ਕੰਮ ਕਰਨੇ ਲਈ। ਬਿਲਕੁਲ। ਸੋ ਉਹ ਜਿਹੜਾ ਸਾਰਾ ਰਿਕਾਰਡ ਆ ਭਾਈ ਵੀ ਨਿਊਜ਼ੀਲੈਂਡ ਵਾਲੇ ਤੇ ਸਾਰੇ ਜਾਣਦੇ ਆ ਜੀ। ਸੋ ਜੇ ਬਾਹਰ ਕੋਈ ਬੈਠਾ ਇਹੋ ਜਿਹੀ ਬਕਵਾਸ ਕਰ ਰਿਹਾ ਮੇਰੇ ਲਈ ਤੇ ਸਿੱਧਾ ਆ ਵੀ ਇਹਦਾ ਮਤਲਬ ਵੀ ਇਹ ਜਿਹੜੇ ਨਿਊਜ਼ੀਲੈਂਡ ਵਾਲੇ ਆ ਵੀ ਆ ਨੇਕੀ ਤੇ ਇਹਦੇ ਨਾਲ ਦੇ ਵੀ ਇਹਨਾਂ ਨੇ ਕੋਈ ਝੂਠ ਜਿਹੜੇ ਆ ਵੀ ਇਦਾਂ ਦੇ ਬੋਲੇ ਆ। ਬਿਲਕੁਲ। ਹੁਣ ਉਹ ਗੱਲ ਉੱਥੇ ਹੀ ਆ ਵੀ ਜੇ ਮੈਨੂੰ ਡਿਸਗ੍ਰੇਸ ਕਰਦੇ ਆ ਜੀ ਫੇਰ ਹੀ ਜਿਹੜਾ ਬਾਹਰ ਕੋਈ ਸੁਣਨੇ ਨੂੰ ਹੋਊਗਾ ਉਹ ਇਹ ਕਹੂਗਾ ਨਾ ਵਰਪਾਲ ਤੇ ਗਲਤ ਆ, ਹਰਨੇਕ ਸਿੰਘ ਤਾਂ ਹੀ ਸਹੀ ਆ। ਵੀ ਜੇ ਮੈਂ ਗਲਤ ਆ ਇਹਦਾ ਮਤਲਬ ਹਰਨੇਕ ਸਿੰਘ ਸਹੀ ਆ। ਨਹੀਂ ਤਾਂ ਹਰਨੇਕ ਸਿੰਘ ਨੂੰ ਆਪਣੇ ਆਪ ਨੂੰ ਸਹੀ ਕਰਨੇ ਲਈ ਵੀ ਫੈਕਟ ਦੇਣੇ ਪੈਣੇ ਆ, ਦਲੀਲ ਦੇਣੀ ਪੈਣੀ ਆ, ਦੋਵੇਂ ਹੈ ਨਹੀਂ ਉਹਦੇ ਕੋਲ। ਸਾਰਾ ਰਿਕਾਰਡ ਉਹਦਾ ਇਹੀ ਆ ਵੀ ਨਾ ਉਹ ਕੋਲ ਦਲੀਲ ਆ ਨਾ ਉਹਦੇ ਕੋਲੇ ਤੱਥ ਨੇ। ਬਿਲਕੁਲ। ਵੈਸੇ ਤਾਂ ਭਾਜੀ ਇਹ ਗੱਲ ਆਪਣੀ ਰੇਡੀਓ ਤੇ ਆਪ ਹੀ ਕਹਿ ਚੁੱਕਾ ਹੈ ਕਿ ਜੇ ਇਹਦੀਆਂ ਭੇਡਾਂ ਕੋ ਇੰਨਾ ਦਿਮਾਗ ਹੁੰਦਾ ਤੇ ਇਹਨਾਂ ਨੂੰ ਸੁਣਦੇ। ਠੀਕ ਹੈ ਜੀ। ਤੇ ਗੱਲ ਮੈਂ ਕੀ ਕਹਿਣਾ ਚਾਹੁੰਦਾ ਆ ਮਤਲਬ ਕਿਸੇ ਨੇ ਜੇ ਇਹਨੇ ਕੋਈ ਸਟੇਟਮੈਂਟ ਦਿੱਤੀ ਤੁਹਾਡੇ ਪ੍ਰਤੀ ਜਾਂ ਸਾਡੇ ਚੋਂ ਕਿਸੇ ਵੀ ਪ੍ਰਤੀ ਸਾਨੂੰ ਡਿਸਕ੍ਰੈਡਿਟ ਕਰਨ ਲਈ ਜਾਂ ਸਾਨੂੰ ਬਦਨਾਮ ਕਰਨ ਲਈ ਸਾਡੇ ਪ੍ਰਤੀ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਇੱਕ ਬੰਦੇ ਵੀ ਨੇ ਵੀ ਸਾਨੂੰ ਕ੍ਰਾਸ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕਿ ਬਈ ਸੱਚਾਈ ਕੀ ਹੈਗੀ ਹੈ, ਜਾਂ ਤੁਹਾਨੂੰ ਫੋਨ ਕੀਤਾ ਹੋਵੇ ਜਾਂ ਕਿਸੇ ਨੂੰ ਵੀ ਫੋਨ ਕਰਕੇ ਪੁੱਛਿਆ ਹੋਵੇ ਜਾਂ ਫੇਸਬੁੱਕ ਤੇ ਮੈਸੇਜ ਛੱਡਿਆ ਹੋਵੇ ਕਿ ਭਾਈ ਨੇਕੀ ਆਹ ਗੱਲ ਕਹਿ ਰਿਹਾ ਤੁਹਾਡੇ ਬਾਰੇ ਕਿ ਤੁਸੀਂ ਦੱਸੋ ਤੁਹਾਡਾ ਪੱਖ ਕੀ ਹੈਗਾ ਆ, ਫਿਰ ਅਸੀਂ ਯਕੀਨ ਕਰਾਂਗੇ। ਹੁਣ ਯਾਨੀ ਕਿ ਇਸ ਤੋਂ ਪਤਾ ਚੱਲਦਾ ਕਿ ਇਹਨਾਂ ਦੀਆਂ ਜਿਹੜੀਆਂ ਆਪਣੇ ਆਪ ਨੂੰ ਕਿੰਨੀਆਂ ਅਸੀਂ ਭੇਡਾਂ ਹੈਗੀਆਂ ਉਹਨਾਂ ਦਾ ਗਿਆਨ ਦਾ ਪੱਧਰ ਕਿੱਥੇ ਕਿ ਖੜਾ ਆ। ਉਹ ਤਾਂ ਬਿਲਕੁਲ ਹੀ ਧਰਾਤਲ ਦੇ ਵਿੱਚ ਜਿੱਦਾਂ ਕਹਿੰਦੇ ਕਿ ਅਸਲ 'ਚ ਆਪਣੀ ਜਿਹੜੀ ਸਾਡੀ ਮੈਂਟੈਲਿਟੀ ਹੈ ਨਾ ਕੌਮ ਦੀ ਉਹ ਬਣੀ ਇਹ ਗਈ ਆ ਵੀ ਜਦੋਂ ਕੋਈ ਕਿਸੇ ਬਾਰੇ ਨੈਗੇਟਿਵ ਕਹਿੰਦਾ ਹੈ ਨਾ ਬਿਲਕੁਲ ਤੇ ਅਸੀਂ ਉੱਦਾਂ ਹੀ ਯਕੀਨ ਕਰ ਲੈਂਦਾ ਆ ਵੀ ਇਹ ਕੀਤਾ ਹੋਣਾ। ਬਿਲਕੁਲ। ਕਿਉਂਕਿ ਉਹ ਪਿਛਲੀ ਜਿਹੜੀ ਹੈਗੀ ਨਾ ਵੀ ਤਕਰੀਬਨ 30-40 ਸਾਲ ਦੀ ਜਿਹੜੀ ਰੀਸੈਂਟ ਹਿਸਟਰੀ ਆ ਸਾਡੀ ਜੀ ਉਹਦੇ ਵਿੱਚ ਗਦਾਰੀਆਂ ਤੇ ਹੋਰ ਜਿਹੜਾ ਸਾਰਾ ਆ ਵੀ ਉਹ ਕਹਿ ਲਓ ਵੀ ਐਕਸਪਲੇਨ ਕਰ ਸਕਦਾ ਵੀ ਕਿਉਂ ਅਸੀਂ ਇਦਾਂ ਸੋਚਦੇ ਹਾਂ। ਬਿਲਕੁਲ। ਪਰ ਮਸਲਾ ਇਹ ਬਣ ਗਿਆ ਆ ਵੀ ਏਜੰਸੀਆਂ ਦੀ ਖੇਡ ਜਿੱਥੇ ਕਾਮਯਾਬ ਆ ਜੀ ਭਈ ਜਦੋਂ ਤੁਸੀਂ ਕਿਸੇ ਠੀਕ ਬੰਦੇ ਬਾਰੇ ਵੀ ਗਲਤ ਕਹਿ ਦੇਣਾ ਤੇ ਉਹਨਾਂ ਨੂੰ ਪ੍ਰੂਵ ਕਰਨੇ ਦੀ ਲੋੜ ਨਹੀਂ ਪੈਂਦੀ, ਅਸੀਂ ਉਦਾਂ ਹੀ ਯਕੀਨ ਕਰ ਲਈਦਾ ਵੀ ਠੀਕ ਕਹਿੰਦੇ ਹੋਣੇ ਆ ਉਹ ਬੰਦਾ ਗਲਤ ਹੀ ਹੋਣਾ। ਵੈਸੇ ਤਾਂ ਭਾਈ ਇੱਥੇ ਫਿਰ ਇੱਕ ਗੱਲ ਇਹ ਵੀ ਨਿਕਲ ਕੇ ਆਉਂਦੀ ਸਾਨੂੰ ਇਹ ਵੀ ਇਮਿਊਨਿਟੀ ਕ੍ਰੀਏਟ ਕਰਨ ਦੀ ਲੋੜ ਹੈ ਆਪਣੀ ਕੌਮ ਦੇ ਵਿੱਚ ਕਿ ਕੋਈ ਕਿਸੇ ਪ੍ਰਤੀ ਵੀ ਕੋਈ ਵੀ ਕਿਸੇ ਪ੍ਰਤੀ ਜੇ ਕੋਈ ਝੂਠ ਮਤਲਬ ਕੋਈ ਵੀ ਗੱਲ ਕਰ ਰਿਹਾ ਆ ਅਸੀਂ ਉਹਨੂੰ ਕ੍ਰਾਸ ਚੈੱਕ ਜ਼ਰੂਰ ਕਰੀਏ। ਅਸੀਂ ਉਸ ਗੱਲ ਤੇ ਤਦ ਤੱਕ ਬਿਲੀਵ ਨਾ ਕਰੀਏ ਜਦ ਤੱਕ ਸਾਨੂੰ ਉਹਦੇ ਕੋਈ ਪ੍ਰੋਪਰ ਐਵੀਡੈਂਸ ਨਹੀਂ ਮਿਲ ਜਾਂਦੇ ਜਾਂ ਸਾਨੂੰ ਕੋਈ ਇੱਦਾਂ ਪ੍ਰੋਪਰ ਚੈਨਲ ਰਾਹੀਂ ਇਨਫੋਰਮੇਸ਼ਨ ਨਹੀਂ ਮਿਲਦੀ ਹੈਗੀ ਜਾਂ ਕੋਈ ਵੀ ਉਹਦੇ ਵਿੱਚ ਆਪਾਂ ਆਪਣੇ ਲੈਵਲ ਤੇ ਵੀ ਉਹਨੂੰ ਸਿੰਪਲ ਜੀ ਗੱਲ ਦੇਖ ਲਓ ਵੀ ਆਪਾਂ ਜੇ ਅਜੇ ਤੱਕ ਨੇਕੀ ਨੂੰ ਜਿੱਥੇ ਵੀ ਹਰਨੇਕ ਨੂੰ ਗਲਤ ਕਿਹਾ ਆ ਜੀ ਭਈ ਉਹਦੇ ਵਿੱਚ ਆਪਾਂ ਬਕਾਇਦਾ ਡਾਕੂਮੈਂਟਰੀ ਐਵੀਡੈਂਸ ਜਿਹੜੇ ਆ ਵੀ ਉਹ ਨਾਲ ਲਾਏ ਨੇ। ਭਈ ਜਿੱਦਾਂ ਵੀ ਉਹਦਾ ਸਮਾਲ ਕਲੇਮਸ ਟ੍ਰਿਬਿਊਨਲ ਦਾ ਸੀ ਜਿੱਥੇ ਇਹ ਹਾਰਿਆ ਆ ਉਹ ਸਾਰੀ ਉਹਦੀ ਵੀ ਬੈਕਗ੍ਰਾਉਂਡ ਦਿੱਤੀ, ਉਹਦੇ ਡਾਕੂਮੈਂਟ ਦਿੱਤੇ। ਫੇਰ ਜਿਹੜਾ ਸੀਗਾ ਦੂਸਰਾ ਵੀ ਵਰਕਰਾਂ ਨੂੰ ਐਕਸਪਲੋਇਟ ਕਰਨੇ ਵਾਲਾ ਉਹਦਾ ਵੀ ਸਾਰਾ ਕੁਝ ਦਿੱਤਾ। ਫੇਰ ਜਿਹੜਾ ਦੂਸਰਾ ਸੀਗਾ ਜਿਹੜੀ ਐਮਪਲੋਇਮੈਂਟ ਰਿਲੇਸ਼ਨ ਵਾਲੇ ਆ $100 ਲੱਖ ਦਾ ਹੋਇਆ ਫਾਈਨ ਹੋਇਆ ਉਹ ਵੀ ਸਾਰਾ ਕੁਝ ਹੈਗਾ। ਫਿਰ ਬ੍ਰੌਡਕਾਸਟਿੰਗ ਸਟੈਂਡਰਡ ਅਥਾਰਟੀ ਨੇ ਜੋ ਕੁਝ ਇਹਦੇ ਬਾਰੇ ਕਿਹਾ ਉਹ ਵੀ ਸਾਰਾ ਸਰਚ ਬਾਰੇ ਟਿੱਪਣੀਆਂ ਕਰਦਾ ਸੀਗਾ ਬੀਐਸਏ ਨੇ ਕਿਹਾ ਕਿ ਕਰਦਾ ਹੈ ਤੇ ਮਾਫੀ ਮੰਗਣੀ ਚਾਹੀਦੀ, ਮਾਫੀ ਮੰਗੇ ਇਹ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਭਾਈ ਵੀ ਇਹਦੇ ਬਾਰੇ ਤੇ ਐਵੀਡੈਂਸ ਜਿਹੜਾ ਆ ਵੀ ਉਹ ਅਸੀਂ ਔਨ ਦਾ ਰਿਕਾਰਡ ਰੱਖਿਆ। ਬਿਲਕੁਲ ਜੀ ਬਿਲਕੁਲ। ਇਹਦੇ ਕੋਲੋਂ ਪੁੱਛ ਕੇ ਦੇਖਿਓ ਵੀ ਜੋ ਇਹਨੇ ਮੇਰੇ ਬਾਰੇ ਕਿਹਾ ਆ ਵੀ ਉਹਦਾ ਐਵੀਡੈਂਸ ਕਿੱਥੇ ਰੱਖਿਆ ਇਹਨੇ। ਸਹੀ ਗੱਲ ਹੈ। ਉਹ ਮਤਲਬ
ਮਤਲਬ ਹੁਣ ਤੁਹਾਡੇ ਬਾਰੇ ਵੀ ਤੇ ਬਾਕੀ ਕਿਸੇ ਬਾਰੇ ਵੀ ਕਹਿ ਦੇ ਨਿਊਜ਼ੀਲੈਂਡ ਦੇ ਵਿੱਚ ਕਹਿੰਦਾ ਸੀਗਾ ਕਿ ਕਹਿੰਦਾ ਤੁਸੀਂ ਮੇਰੇ ਬਾਰੇ ਬੋਲ ਕੇ ਦੇਖੋ ਫਿਰ ਮੈਂ ਦੱਸੂਗਾ ਕਿ ਮੈਂ ਕੀ ਚੀਜ਼ ਹੈਗੀ ਇਦਾਂ, ਮਤਲਬ ਇਦਾਂ ਦੀਆਂ ਸਟੇਟਮੈਂਟਾਂ ਦਿੰਦਾ ਸੀਗਾ। ਪਰ ਮਤਲਬ ਗੱਲ ਇਹ ਆ ਵੀ ਇਹ ਇਮਿਊਨਿਟੀ ਜਿਹੜੀ ਆਪਾਂ ਗੱਲ ਕਰਦੇ ਆ ਨਾ ਜੀ, ਜੇ ਹਿਸਾਬ ਨਾਲ ਅਸੀਂ ਸੋਚਣ ਲੱਗ ਪਏ ਆ ਬਿਲਕੁਲ ਉਹਨੂੰ ਸਾਨੂੰ ਬਦਲਣਾ ਪੈਣਾ ਆ ਵੀ ਤੁਸੀਂ ਇਹ ਦੇਖੋ ਵੀ ਉਹ ਬੰਦੇ ਦੇ ਕਹੇ ਦੇ ਉੱਤੇ ਤੁਸੀਂ ਯਕੀਨ ਕਰੀ ਜਾ ਰਹੇ ਆ ਕਿ ਉਹਨੇ ਕੋਈ ਐਵੀਡੈਂਸ ਵੀ ਦਿੱਤਾ ਤੁਹਾਨੂੰ। ਬਿਲਕੁਲ ਬਿਲਕੁਲ। ਸੋ ਜੇ ਐਵੀਡੈਂਸ ਹੈ ਨਹੀਂਗਾ ਤੇ ਭਾਈ ਵੀ ਉਹਨੂੰ ਦੁਬਾਰਾ ਸੋਚੋ, ਭਾਵੇਂ ਅਸੀਂ ਆ ਭਾਵੇਂ ਕੋਈ ਹੋਰ ਹੈ। ਬਿਲਕੁਲ। ਸੋ ਇਸ ਕਰਕੇ ਵੀ ਉਦਾਂ ਹੀ ਅੰਨਾ ਵਿਸ਼ਵਾਸ ਜਿਹੜਾ ਆ ਉਹਨੇ ਹੀ ਸਾਡੀ ਕੌਮ ਨੂੰ ਇਸ ਸਿਚੁਏਸ਼ਨ ਦੇ ਵਿੱਚ ਲਿਆਂਦਾ ਜਿੱਥੇ ਅਸੀਂ ਅੱਜ ਆਪਣੇ ਮੈਨੂੰ ਤਾਂ ਹਾਸਾ ਵੀ ਆਉਂਦਾ ਆ ਕਿ ਇਹਦੀਆਂ ਢੱਡਰੀਆਂ ਵਾਲੇ ਤੇ ਨੇਕੀ ਦੀਆਂ ਭੇਡਾਂ ਕਹਿੰਦੀਆਂ ਕਿ ਕਿਸੇ ਤੇ ਅੰਨਾ ਵਿਸ਼ਵਾਸ ਨਹੀਂ ਕਰਨਾ ਤੇ ਆਪ ਵਿਸ਼ਵਾਸ। ਅੱਛਾ ਫਿਰ ਮਤਲਬ ਉਹਨਾਂ ਬਾਰੇ ਸੁਣ ਕੇ ਵੀ ਕੋਈ ਏਦਾਂ ਮਤਲਬ ਹੁਣ ਤਾਂ ਚਲੋ ਕਾਫੀ ਫਰਕ ਪੈ ਗਿਆ ਪਹਿਲਾਂ ਨਾਲੋਂ, ਤਾਂ ਪਹਿਲਾਂ ਦੀ ਜੇ ਗੱਲ ਕਰੀਏ ਸੁਣ ਕੇ ਵੀ ਮਤਲਬ ਸੁਣਨ ਵਾਸਤੇ ਵੀ ਤਿਆਰ ਨਹੀਂ ਸੀਗੇ। ਯਾਨੀ ਕਿ ਉਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿਹੜੇ ਮੱਘ ਦੇ ਬੋਲ ਵਾਲੇ ਵੀਰ ਨੇ ਦੋ, ਅਮਨਦੀਪ ਸਿੰਘ ਤੇ ਸੁਖਦੇਵ ਸਿੰਘ ਜੀ, ਉਹਨਾਂ ਦੀ ਦਾਤ ਦੇਣੀ ਬਣਦੀ ਆ ਕਿਉਂਕਿ ਜਿਹੜਾ ਕੰਮ ਜੇ ਹਿਸਾਬ ਨਾਲ ਉਹਨਾਂ ਨੇ ਕੀਤਾ ਬਿਲਕੁਲ ਪੂਰਾ ਮਿੱਥ ਕੇ ਔਰ ਪੂਰਾ ਐਨ ਕਹਿ ਲਓ ਵੀ ਕੱਲੀ ਚੀਜ਼ ਦਾ ਜਿਹੜਾ ਆ ਵੀ ਦਲੀਲ ਦੇ ਨਾਲ ਜਿਹੜਾ ਜਵਾਬ ਉਹਨਾਂ ਨੇ ਦਿੱਤਾ ਆ ਜੀ, ਵੀ ਉਹਨੇ ਵਾਕਈ ਬਹੁਤ ਬੰਦਿਆਂ ਨੂੰ ਵੀ ਮੋੜਾ ਪਾਇਆ ਇਧਰੋਂ ਵੀ ਜਿਹੜੇ ਇਹਦੇ ਚੰਗਲ 'ਚ ਫਸ ਗਏ ਸੀਗੇ ਖੱਪ ਗਰੇਡਾਂ ਦੇ ਢੱਡਰੀਆਂ ਵਾਲੇ ਦੇ ਤੇ ਹੋਰ ਵੀ ਬਹੁਤ ਜਣਿਆਂ ਨੂੰ ਸਹੀ ਰਾਹ ਜਿਹੜਾ ਆ ਵੀ ਉਹ ਦਿਖਾਉਣ ਦੇ ਵਿੱਚ ਉਹ ਕਾਮਯਾਬ ਰਹੇ ਨੇ ਤੇ ਅਸੀਂ ਆਸ ਕਰਦੇ ਹਾਂ ਵੀ ਵਾਹਿਗੁਰੂ ਅੱਗੇ ਅਰਦਾਸ ਹੈ ਸਾਡੀ ਜੀ ਵੀ ਉਹਨਾਂ ਨੂੰ ਇੱਦਾਂ ਹੀ ਜਿਹੜੀ ਆ ਵੀ ਸਫਲਤਾ ਜ਼ਰੂਰ ਬਖਸ਼ੇ। ਤੇ ਆ ਜਿਹੜਾ ਆਖਰੀ ਪੈਰਾ ਆ ਮੈਂ ਹਾਲੇ ਇੱਥੇ ਆਪਾਂ ਫਿਰ ਮੁਕਾ ਦਈਏ ਜੀ ਵੀ ਇੱਕ ਤੇ ਆ ਸੀ ਨਾ ਲਾਈਨ ਵੀ ਉਹ ਕਹਿੰਦੇ ਵੀ ਇਹ ਵੀ ਉਹਨਾਂ ਨੂੰ ਪਤਾ ਸੀਗਾ ਵੀ the only way India could disrupt support for Khalistan movement in Canada was by disgracing the Sikhs in the mind of other Canadians and that was exactly what was done. On April 9, 1981 ਜ਼ੈਲ ਸਿੰਘ ਇੰਡੀਆਜ਼ then ਹੋਮ ਮਿਨਿਸਟਰ ਜਿਹਨੂੰ ਬਰਾਬਰ ਕਹਿ ਲਓ ਵੀ ਜਸਟਿਸ ਮਿਨਿਸਟਰ ਇੱਥੇ ਜਿਹੜੇ ਹੁੰਦੇ ਆ announced that the government was mounting a surveillance operation against expatriate Khalistanis in places such as Canada. This seemingly innocuous campaign would go well beyond its intended purpose of monitoring the activities of people whom the Indian government considered a threat to India's sovereignty. यानी कि भई ये बहाना ला के ਭਈ ਜੀ ਅਸੀਂ ਜਿਹੜੇ ਵੱਖਵਾਦੀ ਨੇ ਉਹਨਾਂ 'ਤੇ ਅਸੀਂ ਨਜ਼ਰ ਰੱਖਣੀ ਆ ਜੀ। ਉਹਨਾਂ ਨੇ ਮਤਲਬ ਐਸੇ ਕੰਮ ਕੀਤੇ ਵੀ ਜਿਹੜੇ ਇਸ ਸਟੇਟਮੈਂਟ ਤੋਂ ਕਿਤੇ ਗਾਂਹ ਜਾਂਦੇ, ਯਾਨੀ ਕਿ ਵੀ ਉਹ ਜਿਹੜਾ ਏਜੰਡਾ ਉਹਨਾਂ ਦਾ ਹੈਗਾ ਆ ਭਈ ਸਿੱਖ ਕੌਮ ਨੂੰ ਹੀ ਨਸ਼ਟ ਕਰ ਦੇਣਾ, ਉਹ ਉੱਧਰਲੇ ਵਾਲੇ ਪਾਸੇ ਨੂੰ ਉਹ ਲੈ ਕੇ ਗਏ ਆ ਉਸ ਚੀਜ਼। ਇਹਦੇ ਵਿੱਚ ਭਾਈ ਅਸੀਂ ਗੁਰਪਤਵੰਤ ਪੰਨੂ ਦਾ ਵੀ ਐਗਜ਼ਾਮਪਲ ਜੋੜ ਸਕਦੇ ਹਾਂ। ਹੁਣ ਉਹ ਜੋ ਕਰ ਰਿਹਾ ਆ ਉਹ ਕਿਸੇ ਵੀ ਐਂਗਲ ਤੋਂ ਤੁਸੀਂ ਦੇਖ ਲਓ ਇੱਕ ਸਿੱਖ ਨਹੀਂ ਕਰ ਸਕਦਾ, ਜਾਂ ਜੇ ਆਪਾਂ ਕਹੀਏ ਸਾਨੂੰ ਖਾਲਿਸਤਾਨ ਚਾਹੀਦਾ ਕਿ ਖਾਲਿਸਤਾਨ ਹੀ ਨਹੀਂ ਕਰ ਸਕਦਾ ਹੈਗਾ। ਜਿਹੜੀ ਹਰਕਤਾਂ ਉਹ ਕਰ ਰਿਹਾ ਹੈ ਉਹ ਸਾਫ਼ ਪਤਾ ਲੱਗ ਰਿਹਾ ਕਿ ਉਹ ਸਰਕਾਰੀ ਟੱਟੂ ਆ, ਸਰਕਾਰ ਨੂੰ ਬਹਾਨੇ ਦੇ ਰਿਹਾ ਕਿ ਸਿੱਖਾਂ ਨੂੰ ਜਾਂ ਖਾਲਿਸਤਾਨੀਆਂ ਨੂੰ ਕਿੱਦਾਂ ਟਾਰਗੇਟ ਕਰਨਾ ਜਾਂ ਖਾਲਿਸਤਾਨੀ ਮੂਵਮੈਂਟ ਨੂੰ ਕਿੱਦਾਂ ਖਤਮ ਕਰਨਾ ਹੈਗਾ। ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ, ਜਿਹੜੇ ਹਿਸਾਬ ਨਾਲ ਮਤਲਬ ਝੰਡਾ ਕਿਸੇ ਵੀ ਦੇਸ਼ ਦਾ ਹੋਵੇ ਉਹਦੀ ਡਿਸਰਿਸਪੈਕਟ ਕਰਨੀ ਇੱਕ ਸਿੱਖ ਨਹੀਂ ਕਰ ਸਕਦਾ, ਚਾਹੇ ਦੁਸ਼ਮਣ ਦੇਸ਼ ਦਾ ਹੋਵੇ। ਆਪਣੇ ਦੇਸ਼ ਦਾ ਤੇ ਚਲੋ ਕਿਆ ਕਰਨਾ ਹੈ, ਕਿਸੇ ਦੁਸ਼ਮਣ ਦਾ ਹੋਵੇ ਜਾਂ ਕਿਸੇ ਤੀਜੇ ਚੌਥੇ ਦਾ ਹੋਵੇ। ਹੁਣ ਜਿੱਦਾਂ ਝੰਡੇ ਸਾੜਨ ਦੇ ਆ, ਉੱਥੇ ਤਿਰੰਗੇ ਸਾੜਨ ਦੇ ਆਏ ਅੱਗ ਲਾ ਕੇ, ਤੇ ਉਹ ਕੋਈ ਵੀ ਬੰਦਾ ਉਹਨੂੰ ਐਕਸੈਪਟ ਨਹੀਂ ਕਰ ਸਕਦਾ। ਤੇ ਇਹ ਜਿਹੜੇ ਨਿਊਟਰਲ ਬੰਦੇ ਨਾ, ਜਿਨ੍ਹਾਂ ਦੇ ਦਿਮਾਗ 'ਚ ਖਾਲਿਸਤਾਨੀਆਂ ਜਾਂ ਸਿੱਖਾਂ ਪ੍ਰਤੀ ਨਫ਼ਰਤ ਉਹ ਦੇਖ ਕੇ ਆ ਰਹੀ ਹੈ, ਪੈਦਾ ਕਰ ਰਹੇ, ਲੇਕਿਨ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਇਹ ਸਿੱਖ ਨਹੀਂ ਕਰ ਰਹੇ। ਜਿਹੜੀ ਗੱਲ ਮੈਂ ਇੱਥੇ ਹਾਈਲਾਈਟ ਕਰਨਾ ਚਾਹੁੰਦਾ ਕਿ ਉਹ ਉਹਨਾਂ ਦੇ ਹੀ ਬੰਦੇ ਨੇ ਭਾਈ, ਸਰਕਾਰ ਦੇ ਆਪਣੇ ਛੱਡੇ ਬੰਦੇ ਨੇ, ਜਿਨ੍ਹਾਂ ਦੇ ਆਪਣੇ ਹਿੰਡ ਏਜੰਡੇ ਨੇ, ਕਿੱਦਾਂ ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨਾ। ਅੱਗੇ ਇਨਸੀਡੈਂਟ ਉਹਨਾਂ ਨੇ ਦੇਣੇ ਵੀ ਆ ਕਿਤਾਬ ਦੇ ਵਿੱਚ, ਵੀ ਜਿਹੜਾ ਉਹ ਕਹਿੰਦੇ ਆ ਵੀ ਸਿੱਖਾਂ ਨੂੰ ਕੈਨੇਡੀਅਨਸ ਦੀਆਂ ਅੱਖਾਂ ਦੇ ਵਿੱਚ ਡਿਸਗ੍ਰੇਸ ਕਰਨਾ, ਤੇ ਉਹ ਦੱਸਣਾ ਕਿੱਦਾਂ ਕੀਤਾ, ਕਿਹੜੀਆਂ ਕੋਸ਼ਿਸ਼ਾਂ ਰਾਹੀਂ ਕਿਵੇਂ ਅੰਜਾਮ ਦਿੱਤਾ ਉਹਨਾਂ ਨੇ। ਔਰ ਉਹ ਆਪਾਂ ਅੱਜ ਵੀ ਵੇਖ ਰਹੇ ਹਾਂ ਭਈ ਜੋ ਇੱਥੇ ਨਿਊਜ਼ੀਲੈਂਡ ਦੇ ਵਿੱਚ ਹੋ ਰਿਹਾ, ਜੋ ਹੋਰ ਮੁਲਕਾਂ ਦੇ ਵਿੱਚ ਕੀਤਾ ਜਾ ਰਿਹਾ, ਉਹਦੇ ਪਿੱਛੇ ਜਿਹੜੀ ਐਫਰਟ ਆ ਜੀ ਭਈ ਕਿੱਦਾਂ ਬਦਨਾਮ ਕਰਨਾ ਆ ਸਿੱਖਾਂ ਨੂੰ, ਉਹ ਜਦੋਂ ਉਹ ਤੁਸੀਂ ਨਜ਼ਰ 'ਚ ਰੱਖ ਲਿਆ ਫਿਰ ਤੁਹਾਨੂੰ ਸਮਝ ਲੱਗਣ ਲੱਗ ਪੈਂਦੀ ਆ ਵੀ ਆਹ ਕੰਮ ਕਿਉਂ ਹੋਇਆ। ਭਿੰਦਾ ਵੀ ਤਾਂ ਕਰਨ ਦਿਆ ਸੀਗਾ, ਕਹਿੰਦਾ 100 ਸਾਲ ਪੁਰਾਣੀ ਜ਼ਿੰਦਗੀ ਜੀ ਭਿੰਦਾ ਸੀਗਾ ਕਿ ਇਹਨਾਂ ਦੇ ਅਖਬਾਰ 'ਚ ਦਿੱਤਾ ਸੀ, ਇੱਕ ਸਟੇਟਮੈਂਟ ਆਈ ਸੀ, ਇੱਕੋ ਹੀ ਆ ਇਹ ਸਾਰੇ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ।
ਤੇ ਅਖਬਾਰ 'ਚ ਸਟੇਟਮੈਂਟ ਆਈ ਸੀ ਕਿ ਭਾਈ ਇਹ ਤਾਂ 100 ਜਿਹੜੇ ਸਿੱਖ ਆ 100 ਸਾਲ ਪੁਰਾਣੀ ਜ਼ਿੰਦਗੀ ਜੀ ਰਹੇ ਆ, ਯਾਨੀ ਕਿ ਇੱਕ ਤਰ੍ਹਾਂ ਨਾਲ ਡਿਸਗ੍ਰੇਸ ਕਰਨਾ ਚਾਹੁੰਦੇ ਆ ਨਿਊਜ਼ੀਲੈਂਡ ਕਮਿਊਨਿਟੀ ਦੇ ਵਿੱਚ। ਤੇ ਇਹ ਲੋਕਲ ਲੈਵਲ ਤੇ ਇਹੀ ਆਪਣੇ ਜਿੰਨੇ ਵੀ ਇਹਨਾਂ ਦੇ ਹੈਗੇ ਆ ਜਾਣਨ ਵਾਲੇ, ਉਹਨਾਂ ਨੂੰ ਵੀ ਇਹੀ ਕਹਿੰਦੇ ਫਿਰਦੇ ਕਿ ਜਿਹੜੇ ਇਹਨਾਂ ਨੂੰ ਕਹੀਏ ਨਾ ਵੀ ਐਵੀਡੈਂਸ ਦਿਓ ਕਿਸੇ ਵੀ ਚੀਜ਼ ਦਾ। ਬਿਲਕੁਲ, ਕਿ ਸਿੱਖ ਭਾਈ 100 ਸਾਲ ਪੁਰਾਣੀ ਜ਼ਿੰਦਗੀ ਜੀ ਰਿਹਾ ਸੀ ਤੇ ਉਹਨਾਂ ਨੂੰ ਅਪਡੇਟ ਕਰ ਰਹੇ ਆ, ਉਹਨਾਂ ਦਾ ਲੈਵਲ ਜਿਹੜਾ ਜੀਣ ਦਾ ਲੈਵਲ ਉਹ ਚੱਕ ਰਹੇ ਆ। ਮਤਲਬ ਨੀਰੇ ਦੀ ਨੀਰੀ ਬਕਵਾਸ, ਯਾਨੀ ਕਿ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਕਿੱਦਾਂ ਇਹ ਡਿਸਗ੍ਰੇਸ ਕਰ ਰਹੇ ਹੈਗੇ, ਕਿੱਦਾਂ ਇਹਨਾਂ ਦੇ ਲੋਕਾਂ ਦੇ ਦਿਮਾਗ 'ਚ ਸਿੱਖਾਂ ਨੂੰ ਬਦਨਾਮ ਕਰ ਰਹੇ ਹੈਗੇ। ਠੀਕ ਹੈ ਜੀ, ਫਿਰ ਹਾਂਜੀ ਜੀ ਪ੍ਰੋਗਰਾਮ ਦੀ ਸਮਾਪਤੀ ਕਰੀਏ। ਤੇ ਠੀਕ ਹੈ ਭਾਜੀ, ਫਿਰ ਜਿਹੜਾ ਨੈਕਸਟ ਸਟੈਪ ਨੂੰ ਅਗਲੇ ਹਫਤੇ ਪੜਾਂਗੇ ਤੇ ਫਿਰ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਸਾਡੇ ਦੋਹਾਂ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।